का हर तरह का काम जोड़ा वो जिवें कंस्ट्रक्शन है बिल्डिंग की वो जोड़े करवाए जा रहे हैं। ਇਹਦੇ ਨਾਲ ਹੀ मैं धन्यवाद करता ਹਾਂ ਜ਼ਿਲ੍ਹਾ ਸਿੱਖਿਆ ਅਫਸਰ सरदार श्री राज खोसला जी, सरदार SP ਸਿੰਘ जी ਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਾਡੇ ਜਿਹੜੇ ਮੋਹਤਵਰ ਹੈ ਪ੍ਰਿੰਸੀਪਲ ਸਰ, ਪਿੰਡ ਤੋਂ ਆਏ ਬਸੰਤੇ ਸੱਜਣ ਅਤੇ ਸਾਰੇ ਸਟਾਫ ਮੈਂਬਰਸ ਨੂੰ ਮੈਂ ਤਜਿੰਦਰ ਕੌਰ ਨਾਗਰਾ ਸਾਇੰਸ ਮਿਸਟਰਸ ਆਪਣੇ ਸਕੂਲ ਦੇ ਸਟਾਫ ਵੱਲੋਂ ਤੁਹਾਡਾ ਨਿੱਘਾ ਸਵਾਗਤ ਕਰਦੀ ਹਾਂ। ਮੈਂ ਇੱਥੇ ਅੱਜ ਜੋ ਸਾਡਾ ਇਨੋਗ੍ਰੇਸ਼ਨ ਫੰਕਸ਼ਨ ਹੈ ਮੈਮ ਜੀ ਸੀ ਵੱਲੋਂ ਸੋਨਾਲੀ ਗਿਰੀ ਜੀ ਵੱਲੋਂ ਕੀਤਾ ਜਾ ਰਿਹਾ ਹੈ, ਉਸ ਤੋਂ ਸਭ ਤੋਂ ਪਹਿਲਾਂ ਅਸੀਂ ਸਤਿਗੁਰ ਪਾਤਸ਼ਾਹ ਜੀ ਦਾ ਆਦਰ ਕਰਾਂਗੇ। ਇਹਦੇ ਵਿੱਚ ਸਾਨੂੰ ਅਸੀਂ ਸ਼ਬਦ ਤਿਆਰ ਕੀਤਾ ਹੈ। ਮੈਂ ਉਸ ਬੱਚੇ ਨੂੰ ਸੱਦਾ ਦਿੰਦੀ ਹਾਂ, ਰਸ਼ਲੀਨ ਕੌਰ। ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੋਈ ਵੀ ਆਕੜ ਬੱਚਿਆਂ ਨੇੜੇ ਆਉਣ ਨਾ ਦਿੰਦੇ ਜੀ, ਨਾਮ ਦਾ ਗਹਿਣਾ ਮਨ ਅੰਦਰ ਉਹ ਲਾਉਣ ਨਾ ਦਿੰਦੇ ਜੀ, ਨਾਲ ਨਾਲ ਚਲਦੇ ਪਟਕਾਉਣ ਨਾ ਦਿੰਦੇ ਜੀ। ਸਤਿਗੁਰ ਪਿਆਰੇ, ਸਤਿਗੁਰ ਪਿਆਰੇ, ਸਤਿਗੁਰ ਪਿਆਰੇ ਜੀ, ਸਤਿਗੁਰ ਪਿਆਰੇ ਜੀ। ਕਿਸੇ ਦਾ ਪੱਕਾ ਵੇਖ ਕਦੇ ਨਹੀਂ ਕੱਚਾ ਟਾਈ ਦਾ, ਗੁਰੂਆਂ ਨੇ ਹੈ ਦੱਸਿਆ ਕਿ ਸਦਾ ਵੰਡ ਕੇ ਖਾਈਦਾ, ਵੰਡ ਕੇ ਖਾਈਦਾ। ਇਹ ਸਮਝਾਉਂਦੇ ਮਨ ਅੰਦਰ ਉਹ ਸੋਝੀ ਪਾਉਂਦੇ ਨੇ, ਸਤਨਾਮ ਹੀ ਸਤਨਾਮ ਦਾ ਜਪ ਕਰਾਉਂਦੇ ਨੇ। ਅੰਨੇ ਤਾਈ ਸੁਝਾਂਗੇ ਗੂੰਗੇ ਬੋਲਣ ਲਾਉਂਦੇ ਨੇ। ਸਤਿਗੁਰ ਪਿਆਰੇ, ਸਤਿਗੁਰ ਪਿਆਰੇ, ਸਤਿਗੁਰ ਪਿਆਰੇ ਜੀ, ਸਤਿਗੁਰ ਪਿਆਰੇ ਜੀ, ਸਤਿਗੁਰ ਪਿਆਰੇ, ਸਤਿਗੁਰ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਰਦਾ ਹਾਂ ਸਕੂਲ ਦੇ ਪ੍ਰਿੰਸੀਪਲ ਸਰਦਾਰ ਹਰਜੀਤ ਸਿੰਘ ਜੀ ਨੂੰ ਕਿ ਉਹ ਮੰਚ ਤੇ ਆਉਣ ਤੇ ਆਏ ਹੋਏ ਸਾਡੇ ਮਹਿਮਾਨ ਮਾਨਯੋਗ ਡਿਪਟੀ ਕਮਿਸ਼ਨਰ ਰੂਪਨਗਰ ਮੈਡਮ ਸੋਨਾਲੀ ਗਿਰੀ ਜੀ ਦਾ ਸਕੂਲ ਵਿੱਚ ਆਉਣ ਤੇ ਵੈਲਕਮ ਕਰਨ। ਸਰਦਾਰ ਹਰਜੀਤ ਸਿੰਘ ਜੀ ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨੰਗਲਸਰ ਸਰ। A very warm welcome to all the wonderful people present today. It is a pleasure to start this auspicious occasion by heartily welcoming everybody. I heartily welcome our honorable chief guest, Ma'am Sonali Giri ji, Deputy Commissioner Rupnagar, and other distinguished guests. I also welcome Shri Manish Agarwal, Associate Director, Centered Pharmaceuticals, Shri Shiv Charan ji, Head CSR, Corporate Social Responsibility, Shri Sanjay Malhotra ji, Associate Director, and other colleagues of Centered Pharmaceuticals. I also feel pride in welcoming our respected DO Secondary Rajkumar Khosla ji, Deputy DO Secondary Sinderpal Singh ji, and team members. I also feel privileged to welcome members SMC, Panchayat members, parent teachers, and most importantly, people from the press community. Madam Deputy Commissioner Sonali Giri ji, I don't have word to extend my thanks because from your very busy schedule, you spared your precious moment for us. I am so thankful, and other people, our distinguished guests from Centered Pharmaceuticals who has taken initiative
start great work in our school. I have not but to express my gratitude for those people. One term I heard today, CSR, Corporate Social Responsibility. It's very small word, but great work behind it. ਜੋ ਕੁਝ ਵੀ ਅਸੀਂ ਸਕੂਲਾਂ ਦੇ ਵਿੱਚ ਦੇਖ ਰਹੇ ਹਾਂ, ਮੈਂ ਇਹ ਮੰਨਦਾ ਕਿ ਸਕੂਲ ਦੇ ਵਿੱਚ ਇਹ ਸਕੂਲ ਉਹ ਥਾਵਾਂ ਨੇ, if we want to transform the society, if we want to produce good citizens, doctors, engineers, and want to give new shape to the society, it is the place, this place, school. ਹੋਰ ਬੜੀਆਂ ਥਾਵਾਂ ਨੇ ਜਿੱਥੇ ਪੈਸੇ ਲੱਗ ਰਹੇ ਨੇ, ਪਰ ਅਗਰ ਆਪਾਂ ਸੁਸਾਇਟੀ ਨੂੰ ਇੱਕ ਓਵਰਹੋਲ ਕਰਨਾ ਚਾਹੁੰਦੇ ਹਾਂ, ਨਿਊ ਲੁੱਕ ਦੇਣਾ ਚਾਹੁੰਦੇ ਹਾਂ, ਉਹ ਇੱਥੋਂ ਹੋਣੀ ਹੈ, ਇਹਨਾਂ ਸਕੂਲਾਂ 'ਤੇ ਹੋਣੀ ਹੈ। ਅਤੇ ਮੈਂ ਧੰਨਵਾਦੀ ਹਾਂ ਕਿ ਸਾਨੂੰ ਇਹ ਬਖਸ਼ਿਸ਼ ਕੀਤੀ ਹੈ, ਕਿ ਸਾਡੀ ਬਾਂਹ ਫੜੀ ਹੈ। ਅਤੇ ਮੈਨੂੰ ਇਹ ਵੀ ਪਤਾ ਲੱਗਿਆ ਕਿ ਇਸ ਸਕੂਲ ਦੇ ਵਿੱਚ ਇਹ ਜੋ ਵੀ ਕੰਸਟਰਕਸ਼ਨ ਵਰਕ ਜਾਂ ਰੈਨੋਵੇਸ਼ਨ, ਐਨੀ ਕਾਈਂਡ ਆਫ ਚੇਂਜ ਦੈਟ ਹੈਪਨਿੰਗ ਇਨ ਦਿਸ ਸਕੂਲ, ਅਤੇ ਉਹਦੇ ਵਿੱਚ ਸਾਡੇ ਮੈਡਮ ਡਿਪਟੀ ਕਮਿਸ਼ਨਰ ਜੀ ਦਾ ਬਹੁਤ ਵੱਡਾ ਰੋਲ ਹੈ। ਪਲੀਜ਼ ਗਿਵ ਬਿਗ ਹੈਂਡ ਫॉर ਮੈਡਮ ਡਿਪਟੀ ਕਮਿਸ਼ਨਰ ਜੀ, ਪਲੀਜ਼। ਥੈਂਕ ਯੂ ਸੋ ਮਚ। ਸੁਣਿਆ ਸੀ ਮੈਂ ਕਦੇ ਕਿ ਸਕੂਲਾਂ ਦੇ ਵਿੱਚ ਕੰਮ ਹੁੰਦੇ ਨੇ, ਪਰ ਇਸ ਤਰ੍ਹਾਂ ਦਾ ਡਰਾਸਟਿਕ ਚੇਂਜ ਲਾਰਜ ਸਕੇਲ 'ਤੇ ਜੋ ਕੰਮ ਹੋ ਰਿਹਾ, ਉਹ ਪਹਿਲੀ ਵਾਰ ਮੈਨੂੰ I am going to complete 25th of my year in this service of the department, education department। 25 ਸਾਲਾਂ ਦੇ ਵਿੱਚ ਮੈਂ ਇੱਕ ਨਵੇਕਲਾ ਹੀ ਕਦਮ ਦੇਖਿਆ ਜਿਹੜਾ ਸਕੂਲਾਂ ਦੇ ਵਿੱਚ ਹੋ ਰਿਹਾ। ਸੋ ਬਹੁਤ ਖੁਸ਼ੀ ਹੈ ਜੀ, ਆਪ ਸਭ ਦਾ ਜੀ ਆਇਆਂ, ਵੈਲਕਮ। ਅਤੇ ਮੈਨੂੰ ਉਮੀਦ ਹੈ ਕਿ ਜਿਸ ਸਪੀਡ ਦੇ ਨਾਲ, ਜਿਸ ਜ਼ੀਰ ਐਂਡ ਜੈਸ ਦੇ ਨਾਲ ਇਹ ਸਕੂਲ ਦੇ ਵਿੱਚ ਕੰਮ ਹੋ ਰਿਹਾ, ਜਾਂ ਹੋਰ ਵੀ ਸਕੂਲਾਂ ਦੇ ਵਿੱਚ ਕੰਮ ਹੋ ਰਹੇ ਨੇ, ਇਹ ਕੰਪਨੀ ਕਰਦੀ ਰਹੇਗੀ ਅਤੇ ਸਾਡੀਆਂ ਔਰ ਬੱਚਿਆਂ ਦੀਆਂ ਦੁਆਵਾਂ ਇਹ ਪ੍ਰਾਪਤ ਕਰਦੇ ਰਹਿਣਗੇ। ਇਸ ਤੋਂ ਇਲਾਵਾ ਸਾਡੇ ਸਕੂਲ ਦੇ ਵਿੱਚ ਮੈਂ ਪ੍ਰੋਮਿਸ ਕਰਦਾ ਕਿ ਇਹ ਜੋ ਵੀ ਇਨਵੈਸਟਮੈਂਟ ਹੋ ਰਹੀ ਹੈ, ਜੋ ਵੀ ਪੈਸਾ ਲੱਗ ਰਿਹਾ, ਇਹ ਵੇਸਟ ਨਹੀਂ ਹੋਏਗੀ। ਮੈਂ ਪ੍ਰੋਮਿਸ ਕਰਦਾ ਆਪ ਸਭ ਦੇ ਨਾਲ। ਸਾਡੇ ਸਕੂਲ ਦਾ ਬਹੁਤ ਅੱਛਾ ਟਰੈਕ ਰਿਕਾਰਡ ਹੈ, ਬੜੇ ਅੱਛੇ ਸਟੂਡੈਂਟਸ ਇੱਥੋਂ ਨਿਕਲੇ ਨੇ। ਇੰਜੀਨੀਅਰਿੰਗ ਦੇ ਵਿੱਚ, ਆਰਮਡ ਫੋਰਸਿਸ ਦੇ ਵਿੱਚ, ਈਵਨ ਕਿ ਵੱਡੇ ਟੈਸਟ ਸਾਡੇ ਬੱਚਿਆਂ ਨੇ 90+ ਵਾਲੇ ਬਹੁਤ ਬੱਚੇ ਨੇ ਸਾਡੇ ਕੋਲ। ਇਸ ਤੋਂ ਇਲਾਵਾ ਜੋ ਸਾਡੇ ਮੈਰੀਟੋਰੀਅਸ ਸਕੂਲਸ ਨੇ, ਨਵੋਦਿਆਸ ਨੇ, ਉੱਥੇ ਵੀ ਸਾਡੇ ਬੱਚੇ ਜਾਂਦੇ ਨੇ। ਸੋ ਜੋ ਤੁਸੀਂ ਇਨਵੈਸਟਮੈਂਟ ਕਰ ਰਹੇ ਹੋ, ਅਤੇ ਮੈਂ ਤੁਹਾਨੂੰ ਵਾਅਦਾ ਕਰਦਾ, ਔਰ ਅਸੀਂ ਕਈ ਗੁਣਾ ਰੀਪੇ ਕਰਾਂਗੇ ਸੁਸਾਇਟੀ ਲਈ। ਸੋ ਮੈਂ ਬਹੁਤਾ ਸਮਾਂ ਨਾ ਲੈਂਦਾ ਹੋਇਆ ਇੱਕ ਵਾਰੀ ਫੇਰ ਆਪ ਸਭ ਮੈਡਮ ਡਿਪਟੀ ਕਮਿਸ਼ਨਰ ਜੀ ਅਤੇ ਸੈਂਟੀਐਂਟ ਫਾਰਮਾਸਿਊਟੀਕਲ ਅਤੇ ਹੋਰ ਜਿੰਨੇ ਵੀ ਸਾਡੇ ਡਿਸਟਿੰਗੁਇਸ਼ਡ ਗੈਸਟ ਬੈਠੇ ਨੇ, ਸਮਾਂ ਕੱਢ ਕੇ ਆਏ ਨੇ, ਉਹਨਾਂ ਦਾ ਮੈਂ ਇੱਕ ਵਾਰੀ ਜੀ ਆਇਆਂ ਕਰਦਾ, ਵੈਲਕਮ ਕਰਦਾ। ਬਹੁਤ ਬਹੁਤ ਧੰਨਵਾਦ। ਥੈਂਕ ਯੂ ਜੀ। First of all, very good afternoon, and many thanks to all of you for inviting us, for making us a part of this very wonderful moment, very wonderful program. And first of all, very warm welcome to our chief guest today, Deputy Commissioner Robert, Honorable Srimati Sonali Giri ji, DO Sahab, Shri Rajkumar Khosla ji, Deputy DO Mr. MP Singh, आज जो हमारे यहाँ पे पंचायत हैं, सरपंच श्री तेजा जी एंड सारे पंचायत मेंबर, स्कूल मैनेजमेंट
और स्कूल प्रिंसिपल श्री हरजीत सिंह जी, स्टाफ और सबसे इम्पोर्टेंट जो हमारे यहाँ स्कूल के बच्चे हैं और मेरे सेंटिएंट्स के सारे कुलीग, वंस अगेन वेरी वार्म वेलकम टू दिस। सो सबसे पहले मैं सेंटिएंट के बारे में थोड़ा सा 1 या 2 लाइनें ब्रीफ में आप सब लोगों को बताना चाहूँगा। जो हमारी कंपनी है सेंटिएंट फार्मास्यूटिकल, हम यहाँ जो आपके पास में टॉन्सा विलेज है, हम वहाँ पे ऑपरेट करते हैं और तकरीबन पिछले 35 साल से हमारी कंपनी यहाँ पे अपना जो बिज़नेस है, जो ऑर्गेनाइजेशन है हमारी ऑपरेट कर रही है। और हम जो है लाइफ सेविंग ड्रग्स, जो जीवन देने वाली दवाइयाँ हैं वो बनाते हैं। उसमें मेनली 2 कैटेगरीज हैं। एक तो है एंटीबायोटिक्स जो बैक्टीरियल इन्फेक्शन को ट्रीट करने के काम आती हैं, और दूसरी है स्टैटिन्स जो हमारा हार्ट है, उसमें जो कोलेस्ट्रॉल बढ़ जाता है या हार्ट रिलेटेड प्रॉब्लम्स होती हैं उसके लिए काम आती हैं। और अगर हम वॉल्यूम्स की बात करें तो हमारे जो इस साइड से जो टॉन्सा साइट है यहाँ पे, वो हम सब के लिए बड़े गर्व की बात है कि जो एंटीबायोटिक्स हैं वो तकरीबन 15% सारे विश्व की जो रिक्वायरमेंट है, मतलब ऑलमोस्ट जैसे विश्व की आज पॉपुलेशन देखें हम 700 करोड़ से ज़्यादा हैं, तो तकरीबन 100 करोड़ से जो 100 करोड़ से ज़्यादा लोग हैं वो हमारी एंटीबायोटिक्स कंज्यूम करते हैं जो हम इस टॉन्सा साइट पे बनाते हैं। इसी तरह जो स्टैटिन्स हैं, एटोरवास्टैटिन, रोज़ास्टैटिन, उसका जो सबसे बड़ा विश्व का प्लांट है वो हमारे टॉन्सा में है, यहाँ पे जो आप सब लोगों के विलेज में है। और तकरीबन जो सारे विश्व की 25% रिक्वायरमेंट है, 1/4 वो हम इस प्लांट में बनाते हैं। तो इतना वॉल्यूम है जो हमारे इस प्लांट से सारे विश्व को सर्व करता है। उससे भी ज़्यादा इम्पॉर्टेंट ये है कि ये तो मैंने बिजनेस की बात की कि एज ए कंपनी सेंटिएंट फार्मास्यूटिकल्स हमारा ये एक थीम है और मानना है कि कोई भी ऑर्गेनाइजेशन जिस सोसाइटी में ऑपरेट कर रही है, अगर वो सोसाइटी सक्सेसफुल नहीं होगी या सोसाइटी फेल होगी तो एज ए कंपनी वी कैन नेवर बी सक्सेसफुल, चाहे बिजनेस में है या किसी चीज़ में है। तो ये किसी के लिए भी, हमारी कंपनी के लिए भी और सबके लिए बड़ा इम्पॉर्टेंट है कि जो सोसाइटी है जहाँ पे हम ऑपरेट कर रहे हैं वो सक्सेसफुल हो, वो ग्रो हो और अल्टीमेटली कंट्री ग्रो करे। तो उसी थीम को एक्सटेंड करते हुए जैसे हमारी कंपनी जो CSR एक्टिविटीज़ हैं उसको जो हम लोग करते हैं, उसमें जैसे प्रिंसिपल साहब ने भी बोला, सबसे बड़ा जो हमारा थीम है वो है एजुकेशन को लेके, क्योंकि कंपनी का ये मानना है कि एजुकेशन जो है वो फ्यूचर है किसी भी सोसाइटी, और अगर सोसाइटी ग्रो करेगी तो कंट्री ग्रो करेगा। तो उसमें जो इन्वेस्टमेंट है या उसमें जो सहयोग है, उसमें अगर हम करेंगे तो वो एक सबसे बड़ा सहयोग है। और उसके साथ साथ एजुकेशन के हमारे जो 2 और थीम्स हैं वो हेल्थ, सेहत जिस पे हम काम करते हैं CSR में, और सैनिटेशन, हाइजीन और उसको लेके। तो इसी थीम को आगे बढ़ाते हुए जैसे आज का ये प्रोजेक्ट है जो हम इनॉग्रेट कर रहे हैं, मैडम सोनाली गिरी जी हमारे साथ हैं, तो उसमें जो स्कूल का है, तो ये जो स्कूल है यहाँ पे गवर्नमेंट सीनियर सेकेंडरी स्कूल सत्सा नगर, उसको हमने नॉट ओनली अभी तो कुछ एक्टिविटीज़ जैसे प्रिंसिपल साहब ने बताया हमने स्टार्ट की हैं, जिसमें कंस्ट्रक्शन वर्क है, क्लासरूम्स हैं, डाइनिंग एरिया है, टाइलिंग और पेंटिंग का काम है, एक सोलर प्लांट हम यहाँ पे लगा रहे हैं। बट उसके साथ साथ हम ये भी कह रहे हैं कि इस स्कूल को ऐसा नहीं है कि अभी इस बार काम किए तो उसके बाद हमने छोड़ दिया। इस स्कूल को हम अगले कुछ सालों के लिए एज ए कंपनी अडॉप्ट कर रहे हैं। तो उसका ये मतलब रहेगा कि आने वाले कुछ सालों में भी जो भी स्कूल की रिक्वायरमेंट्स हैं, विद द हेल्प ऑफ स्कूल अथॉरिटीज़ और जो हमारा लोकल प्रशासन है उनकी मदद से जो भी स्कूल की रिक्वायरमेंट्स होंगी, कोई भी ऐसी एक्टिविटीज़ जो इस स्कूल को आगे ले जाने में, बच्चों को हेल्प करने में होंगी, वो हमारी कंपनी उसके लिए वचनबद्ध रहेगी। इसके साथ मैं ये भी 2 मिनट की अपॉर्चुनिटी लेना चाहूँगा कि हम ये जो CSR है, जो लोकल एडमिनिस्ट्रेशन है और हमारे अथॉरिटीज़ हैं, उनकी मदद से हम बाकी विलेजेस में भी जैसे भोलेवाल है, टॉन्सा है, जहाँ पे हमारी फैक्ट्री है, तो वहाँ हम पिछले कुछ सालों में काफ़ी काम कर रहे हैं। तो जिसमें जैसे अभी पीछे हमें जो क्लीन इंडिया जो हमारे प्रधानमंत्री जी का भी एक विज़न है, उसके तहत भी हमने 230 बायो टॉयलेट्स, मगर आज टॉन्सा और भोलेवाल या आसपास के विलेजेस में वहाँ पे हमने बायो टॉयलेट्स लगाए हैं। उसके साथ साथ जैसे वहाँ विलेज में एक जिम है जहाँ पे बच्चे आते हैं अपनी हेल्थ के लिए काम करते हैं, ड्रिंकिंग वाटर के लिए हमने वहाँ फैसिलिटीज़ दी हैं। इसी तरह डिस्ट्रिक्ट में जो नवांशहर डिस्ट्रिक्ट में स्कूल्स हैं उसमें हम रेगुलर वहाँ भी स्कूल बिल्डिंग रेनोवेशंस का है, बेंचेस हैं, बुक्स हैं, यूनिफॉर्म्स हैं, तो वो हम
कॉन्टीन्यूसली जो भी हमें गाइडेंस मिलती है अथॉरिटीज़ की तरफ से या सोसाइटी को जो चाहिए वो हम काम अपने कॉन्टीन्यूस रखते हैं। तो एक बार मैं फिर अपनी ये जो कंपनी की तरफ से कमिटमेंट है और वचन है वो फिर उसको मैं दोहराना चाहूँगा कि ये वाला स्कूल जो है, और हमें बड़ी खुशी है कि जैसे प्रिंसिपल साहब ने स्कूल के बारे में बताया, और मैं ये उम्मीद करता हूँ कि स्कूल से जो बच्चे आगे आने वाले टाइम में पढ़ के निकलेंगे वो अच्छे, चाहे डॉक्टर्स हैं, इंजीनियर्स हैं, एंटरप्रेन्योर्स हैं, प्रशासन की जॉब्स में हैं, तो वो जाएं। और मैं ये उम्मीद करता हूँ कि वो बच्चे जब पढ़ लिख के अपने आगे कैरियर्स में वो भी फिर दोबारा से सोसाइटी को बैक देंगे और कंट्रीब्यूट करेंगे, जिससे हमारी जो सोसाइटी है और जो कंट्री है वो और ग्रो करे। थैंक यू वेरी मच। डीसी मैम ਅਤੇ ਆਏ ਹੋਏ ਸਾਰੇ ਆਲ ਆਨਰੇਬਲ ਗੈਸਟ ਨੂੰ ਦੱਸਦੇ ਹੋਏ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਕਿ ਸਾਡੇ ਸਕੂਲ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੇ ਪ੍ਰਿੰਸੀਪਲ ਸਰ ਅਤੇ ਸਟਾਫ ਮੈਂਬਰ ਦੀ ਯੋਗ ਅਗਵਾਈ ਹੇਠ ਸਾਡੇ ਵਿਦਿਆਰਥੀਆਂ ਨੇ ਅਕੈਡਮਿਕ ਐਕਟੀਵਿਟੀਜ਼ ਦੇ ਵਿੱਚ ਹੀ ਨਹੀਂ, ਕੋ-ਕਰਿਕੂਲਮ ਐਕਟੀਵਿਟੀਜ਼ ਦੇ ਵਿੱਚ ਵੀ ਉੱਲਾਂ ਮਾਰੀਆਂ ਨੇ। ਪਿਛਲੇ ਸਾਲਾਂ ਵਿੱਚ ਸਾਡੇ ਵਿਦਿਆਰਥੀਆਂ ਨੇ ਸਾਇੰਸ ਫੇਅਰ ਦੇ ਵਿੱਚ ਸਟੇਟ ਲੈਵਲ ਤੱਕ ਪਾਰਟਿਸਿਪੇਟ ਕੀਤਾ ਸੀ ਤੇ ਸਪੋਰਟਸ ਦੇ ਵਿੱਚ ਵਿਦਿਆਰਥੀ ਨੈਸ਼ਨਲ ਲੈਵਲ ਤੱਕ ਗਏ ਸੀਗੇ। ਸਾਡੇ ਸਕੂਲ ਦੇ ਸਟਾਫ ਮੈਂਬਰਸ ਦਾ ਗੁਰਮੰਤਰ ਸਾਡੇ ਸਕੂਲ ਦੇ ਸਾਰੇ ਵਿਦਿਆਰਥੀਆਂ ਦਾ ਸਰਬਪੱਖੀ ਵਿਕਾਸ ਕਰਨਾ ਹੈ, ਔਰ ਮੈਂ ਸੰਕਲਪ ਕਰਦੀ ਹਾਂ ਕਿ ਇਹ ਮਤਲਬ ਜਿਹੜਾ ਸਾਡਾ ਸਰਬਪੱਖੀ ਵਿਕਾਸ ਕਰਨ ਦਾ ਸੰਕਲਪ ਹੈ ਅਸੀਂ ਇਸ ਨੂੰ ਪੂਰਾ ਨਿਭਾਵਾਂਗੇ ਤੇ ਇਹ 'ਤੇ ਖਰਾ ਉਤਰਾਂਗੇ। इसी गल ਨੂੰ सार्थक करते हुए साडे स्कूल की होनहार विद्यार्थन मनु शर्मा देश भक्ति के प्यार प्रति अपना गीत पेश करन आ रही है। इस दे गीत तो पहले एक शेर अर्ज है, मिटा दिया वजूद उनका, मिटा दिया वजूद उनका, मिटा दिया वजूद उनका जो इनसे भिड़ा है देश की रक्षा के संकल्प के लिए, देश की रक्षा के संकल्प के लिए जो जवान सरहदों पर खड़ा है। थैंक यू। तलवारों पे सरवार दिए, अंगारों में जिस्म जलाया है, तब जाके कहीं हमने सर पे ये केसरी रंग सजाया है। ऐ मेरी ज़मीं अफसोस नहीं जो तेरे लिए सो दर्द सहे, ठिकाना पड़े कभी रंग तेरा जिस्मों से निकल के खून कहे। ऐ मेरी ज़मीं महबूब मेरी, मेरी नस नस में तेरा इश्क बहे, महफूज रहे तेरी आन सदा, चाहे जान मेरी ये रहे ना रहे। तेरी मिट्टी में मिल जावा गुल बन के, मैं खिल जावा इतनी सी है दिल की आरज़ू। तेरी नदियों में बह जावा, तेरे खेतों में लहरावा, इतनी सी है दिल की आरज़ू। सरसों से भरे खलियान मेरे जहाँ झूम के भंगड़ा पा न सका, आबाद रहे वो गाँव मेरा जहाँ लौट के वापस जा न सका। ओ वतना वे मेरे वतना वे, तेरा मेरा प्यार निराला था, कुर्बान हुआ तेरी अजमत पे मैं तेरा नसीबों वाला था। तेरी मिट्टी में मिल जावा गुल बन के, मैं खिल जावा इतनी सी है दिल की आरज़ू। तेरी नदियों में बह जावा, तेरे खेतों में लहरावा, इतनी सी है दिल की आरज़ू। ओ देश मेरे तू जीता रहे, तूने शेर के बच्चे पाले हैं, एक लाल हुआ बलिदान तो क्या 100 लाल तेरे रखवाले हैं। ओ देश मेरे तू जीता रहे, तूने शेर के बच्चे पाले हैं, एक लाल हुआ बलिदान तो क्या 100 लाल तेरे रखवाले हैं। तेरी मिट्टी में मिल जावा गुल बन के, मैं खिल जावा इतनी सी है दिल की आरज़ू। तेरी नदियों में बह जावा, तेरे खेतों में लहरावा।
दिल की आरज़ू, इतनी सी है दिल की आरज़ू। फिर मनु ਦੇ ਵਾਸਤੇ ਤਾੜੀਆਂ ਮਾਰੋ। ਬਹੁਤ ਵਧੀਆ ਗੀਤ ਜਿਹੜਾ ਇਹ ਸਾਡੇ ਵਾਸਤੇ ਪੇਸ਼ ਕਰਕੇ ਗਈ ਹੈ। ਅੱਜ ਦੇ ਇਸ ਜਿਹੜਾ ਫੰਕਸ਼ਨ ਹੈ ਸਾਡਾ, ਇਹਦਾ ਜਿਹੜਾ ਸਾਰਾ ਅਰੇਂਜਮੈਂਟ ਹੈ ਉਹ ਸੈਂਟਰੀਐਂਟ ਫਾਰਮਾਸਿਊਟੀਕਲ ਇੰਡੀਆ ਲਿਮਟਿਡ ਦੁਆਰਾ ਜਿਹੜਾ ਕੀਤਾ ਗਿਆ ਹੈ। ਅਸੀਂ ਬਹੁਤ ਬਹੁਤ ਧੰਨਵਾਦੀ ਹੈ ਮਨੀਸ਼ ਅਗਰਵਾਲ ਜੀ ਐਸੋਸੀਏਟ ਡਾਇਰੈਕਟਰ ਸਾਹਿਬ, ਸੰਜੇ ਮਲਹੋਤਰਾ ਜੀ ਐਸੋਸੀਏਟ ਡਾਇਰੈਕਟਰ, ਸ਼੍ਰੀ ਸ਼ਿਵਚਰਨ ਜੀ ਹੈਡ CSR, ਮੈਡਮ ਰਾਧਾ ਲਾਂਬਾ ਜੀ ਤੇ ਵੱਖ-ਵੱਖ ਪਿੰਡਾਂ ਤੋਂ ਆਏ ਹੋਏ ਸਾਡੇ ਬਹੁਤ ਹੀ ਸਤਿਕਾਰਯੋਗ ਪੰਚ ਸਰਪੰਚ ਸਾਹਿਬਾਨ, ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਹੈ। ਗ੍ਰਾਮ ਪੰਚਾਇਤ ਸਰਸਾ ਨੰਗਲ ਵਾਲੀ ਸਕੂਲ ਦੇ ਵੱਲੋਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ। SMC ਕਮੇਟੀ ਦੇ ਚੇਅਰਮੈਨ ਸ਼੍ਰੀ ਰਣਜੀਤ ਸਿੰਘ ਸਾਡੇ ਵਿਚਕਾਰ ਹੈ, ਸਰਦਾਰ ਤੇਜਾ ਸਿੰਘ ਜੀ ਜਿਹੜੇ ਕੁਛ ਰੁਝੇਵੇਂ ਕਾਰਨ ਸਾਡੇ ਵਿਚਕਾਰ ਨਹੀਂ ਹੈ, ਪਰ ਪੂਰੀ ਪੰਚਾਇਤ ਜਿਹੜੀ ਹੈ ਗ੍ਰਾਮ ਪੰਚਾਇਤ ਸਰਸਾ ਨੰਗਲ ਸਾਡੇ ਵਿਚਕਾਰ ਹੈ। ਉਹਨਾਂ ਦਾ ਸਵਾਗਤ ਹੈ ਸਕੂਲ ਦੇ ਵਿੱਚ। ਸ਼੍ਰੀ ਪ੍ਰੇਮ ਸਿੰਘ ਜੀ, ਬਾਬੂ ਬਲਰਾਮ ਜੀ ਆਲਵਾਲ ਤੋਂ, ਸ਼੍ਰੀ ਚਰਨਜੀਤ ਸਿੰਘ ਜੀ ਸਾਡੇ ਵਿਚਕਾਰ ਹੈ। ਪ੍ਰੈਸ ਸਾਡੇ ਵੀਰ ਸਾਡੇ ਕੋਲ ਪਹੁੰਚੇ ਹੋਏ ਆ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਕੂਲ ਦੇ ਵਿੱਚ। ਸਾਡੇ ਵਿਚਕਾਰ ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਾਜ ਖੋਸਲਾ ਜੀ, ਉਹਨਾਂ ਦਾ ਬਹੁਤ ਬਹੁਤ ਸਵਾਗਤ ਹੈ ਸਕੂਲ ਦੇ ਵਿੱਚ। ਡਿਪਟੀ ਡੀਓ ਅਫਸਰ SP ਸਿੰਘ ਜੀ, ਉਹਨਾਂ ਦਾ ਵੀ ਬਹੁਤ ਬਹੁਤ ਸਵਾਗਤ ਹੈ ਸਕੂਲ ਦੇ ਵਿੱਚ। ਸਾਡੇ ਜ਼ਿਲ੍ਹੇ ਦੇ ਵਿੱਚ ਜਿਹੜਾ ਲਾਅ ਐਂਡ ਆਰਡਰ ਹੈ ਉਹਦੀ ਮੈਂ ਥੋੜ੍ਹੀ ਜਿਹੀ ਗੱਲਬਾਤ ਤੁਹਾਡੇ ਨਾਲ ਸ਼ੇਅਰ ਕਰਨੀ ਚਾਹੁੰਦਾ। ਤੁਸੀਂ ਦੇਖ ਰਹੇ ਹੋ ਸਾਰੇ ਜ਼ਿਲ੍ਹੇ ਦੇ ਵਿੱਚ ਬਿਲਕੁਲ ਅਮਨ ਮਾਨ ਹੈ, ਸ਼ਾਂਤੀ ਹੈ ਤੇ ਲਾਅ ਐਂਡ ਆਰਡਰ ਜਿਹੜਾ ਹੈ ਉਹ ਪੂਰੀ ਤਰ੍ਹਾਂ ਮੰਡੇ ਨਾ। ਇਹਦਾ ਸਿਹਰਾ ਜਿਹੜਾ ਹੈ ਉਹ ਸਾਡੇ ਡਿਪਟੀ ਕਮਿਸ਼ਨਰ ਮੈਡਮ ਸੋਨਾਲੀ ਗਿਰੀ ਜੀ ਨੂੰ ਜਾਂਦਾ ਹੈ। ਐਵੇਂ ਲੱਗਦਾ ਹੈ ਵੀ ਜਿਹੜਾ ਸਾਰਾ ਜ਼ਿਲ੍ਹਾ ਇੱਕ ਆਟੋ ਸਿਸਟਮ ਤੇ ਲੱਗਿਆ ਹੋਇਆ, ਹਰ ਕੰਮ ਜਿਹੜਾ ਹੈ ਉਹ ਆਪਣੇ ਆਪ ਹੋ ਰਿਹਾ ਹੈ। ਕੋਈ ਸਾਨੂੰ ਡਰ ਨਹੀਂ ਹੈ, ਚਾਹੇ ਅਸੀਂ ਰਾਤ ਨੂੰ ਜਾਈਏ ਚਾਹੇ ਦਿਨ ਜਾਈਏ, ਆਪਣੇ ਜਿਹੜੇ ਕੰਮ ਕਰੀਏ ਬੇਫਿਕਰ ਹੋ ਕੇ। ਸੋ ਇਹ ਜਿਹੜਾ ਸਾਰਾ ਹੀ ਜ਼ਿਲ੍ਹਾ ਪ੍ਰਸ਼ਾਸਨ ਦੀ ਜਿਹੜੀ ਰਹਿਨੁਮਾਈ ਹੈ, ਉਹਨਾਂ ਦੀ ਯੋਗ ਅਗਵਾਈ ਉਹਦੇ ਅਧੀਨ ਜਿਹੜਾ ਸਭ ਕੁਛ ਜਿਹੜਾ ਹੋ ਰਿਹਾ ਹੈ। ਸੋ ਅਸੀਂ ਮੈਡਮ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਤੇ ਉਹਨਾਂ ਨੇ ਜਿਹੜਾ ਜ਼ਿਲ੍ਹਾ ਹੈ ਸਾਡਾ ਰੂਪਨਗਰ, ਉਹਨੂੰ ਜਿਹੜਾ ਹੈ ਉਹਦੀ ਸੁੰਦਰਤਾ ਵਾਸਤੇ ਵੀ ਜਿਹੜੇ ਆ ਉਹ ਬਹੁਤ ਸਾਰੇ ਕੰਮ ਜਿਹੜੇ ਉਹ ਕੀਤੇ ਜਾ ਰਹੇ ਆ। ਤੁਸੀਂ ਹੈੱਡ ਤੇ ਜਾ ਕੇ ਦੇਖੋ, ਰੋਪੜ ਤੁਹਾਡਾ ਜਿਹੜਾ ਪੁਰਾਣਾ ਤੁਸੀਂ ਜਿਹੜਾ ਦੇਖਿਆ ਹੈੱਡ ਉਹ ਭੁੱਲ ਜਾਓਗੇ। ਅੱਜ ਜਿਹੜੀ ਉਹਦੀ ਨੁਹਾਰ ਹੈ ਉਹ ਜ਼ਿਲ੍ਹਾ ਪ੍ਰਸ਼ਾਸਨ ਨੇ ਜਿਹੜੀ ਆ ਉਹ ਬਦਲ ਦਿੱਤੀ ਹੈ। ਮੈਨੂੰ ਹੋਰ ਵੀ ਇੱਕ ਵਾਕਿਆ ਯਾਦ ਆਉਂਦਾ ਹੈ। ਕਰੋਨਾ ਮਹਾਮਾਰੀ ਦੇ ਦੌਰਾਨ ਮੈਂ ਮੈਡਮ ਜੀ ਦੇ ਵਰਕਿੰਗ ਦੀ ਤੁਹਾਡੇ ਨਾਲ ਜਿਹੜੀ ਆ ਉਹ ਗੱਲ ਕਰਨ ਲੱਗਾ ਤੇ ਰਾਤ ਦੇ ਟਾਈਮ ਅਸੀਂ TV ਦੇ ਵਿੱਚ ਦੇਖਿਆ 19 ਤੋਂ ਜਿਹੜੇ ਕੁਝ ਪ੍ਰਵਾਸੀ ਭਾਰਤੀ ਸਾਡੇ ਉਹ ਜਿਹੜੇ ਪੈਦਲ ਚੱਲ ਕੇ ਰੋਪੜ ਪਹੁੰਚੇ। ਜਦੋਂ ਇਹਨਾਂ ਦੀ ਨੋਟਿਸ ਦੇ ਵਿੱਚ ਉਹ ਗੱਲ ਆਈ ਤਾਂ ਆਪ ਜਿਹੜਾ ਇਹ ਸਾਰੇ ਪ੍ਰਸ਼ਾਸਨ ਨੂੰ ਨਾਲ ਲੈ ਕੇ ਉਹਨਾਂ ਦਾ ਜਿਹੜਾ ਰਹਿਣ ਬਸੇਰਾ ਹੈ ਉਹ ਇਹਨਾਂ ਨੇ ਕੀਤਾ ਹੈ। ਔਰ ਹੋਰ ਵੀ ਜਿਹੜੇ ਬਹੁਤ ਕੰਮ ਜਿਹੜੇ ਇਹੋ ਜਿਹੇ ਉਹ ਜਿਹੜੇ ਸਾਡੇ ਜ਼ਿਲ੍ਹੇ ਵਿੱਚ ਉਹ ਕਰ ਰਹੇ ਆ। ਸੋ ਅਸੀਂ ਅੱਜ ਸਾਰੇ ਸਟਾਫ ਮੈਂਬਰ, ਪੰਚਾਇਤ ਮੈਂਬਰ ਸਾਹਿਬਾਨ, SMC ਮੈਂਬਰ ਸਾਹਿਬਾਨ, ਜ਼ਿਲ੍ਹਾ ਸਿੱਖਿਆ ਅਫਸਰ ਸਾਹਿਬਾਨ ਦੇ ਵੱਲੋਂ ਅਸੀਂ ਜਿਹੜਾ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਸਕੂਲ ਦੇ ਵਿੱਚ ਜਿਹੜੇ ਕੰਮ ਜਿਹੜੇ ਹੁਣ ਤੁਸੀਂ ਹੋ ਰਹੇ ਆ ਜਾਂ ਹੋਣ ਜਾ ਰਹੇ ਆ, ਉਹ ਸਾਰੇ ਕੰਮ ਵੀ ਜਿਹੜੇ ਆ ਉਹ ਕੰਮ ਕਰਵਾਉਣ ਦੇ ਵਿੱਚ ਕੰਪਨੀ ਨੂੰ ਜਿਹੜਾ ਉਹ ਹੱਲਾਸ਼ੇਰੀ ਦੇਣ ਦੇ ਵਿੱਚ ਵੀ ਮੈਡਮ ਜੀ ਦਾ ਬਹੁਤ ਯੋਗਦਾਨ ਹੈ। ਇਹਨਾਂ ਦੀ ਅਗਵਾਈ ਦੇ ਨਾਲ, ਇਹਨਾਂ ਦੇ ਦੇਸ਼ ਦੇ ਨਾਲ ਜਿਹੜੇ ਕੰਮ ਸਾਡੇ ਸਕੂਲ ਦੇ ਵਿੱਚ ਹੋ ਰਹੇ ਆ। ਸੋ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਇਹਨਾਂ ਦੇ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਜ਼ਿਲ੍ਹਾ ਸਿੱਖਿਆ ਅਫਸਰ ਮਾਨਯੋਗ ਰਾਜ ਖੋਸਲਾ ਜੀ ਉਹ ਮੰਚ ਤੇ ਆਉਣ ਤੇ ਆਪਣੇ ਮਹਿਕਮੇ ਦੇ ਵੱਲੋਂ, ਸਿੱਖਿਆ ਵਿਭਾਗ ਦੇ ਵੱਲੋਂ ਜਿਹੜਾ ਉਹ ਮੈਡਮ ਜੀ ਦਾ ਧੰਨਵਾਦ ਕਰਨ। ਜ਼ਿਲ੍ਹਾ ਸਿੱਖਿਆ ਅਫਸਰ ਸ਼੍ਰੀ ਰਾਜ ਖੋਸਲਾ ਜੀ। ਪਰਮ ਸਤਿਕਾਰਯੋਗ ਸਾਡੇ ਜ਼ਿਲ੍ਹੇ ਦੀ ਸ਼ਾਨ, ਕਰਮਯੋਗੀ
बहुत मेहनती ते हर टाइम ਜ਼ਿਲ੍ਹੇ ਦੀ ਤਰੱਕੀ ਦੇ ਲਈ ਪੱਕਾ ਭਾਰ ਰਹਿਣ ਲਈ ਤੇ ਹਰ ਪੱਖੋਂ ਪ੍ਰਸ਼ਾਸਨ ਦੇ ਵਿੱਚ ਮੁਕੰਮਲ ਮੇਰੀ ਮੁਰਾਦ ਮੈਡਮ ਸੋਨਾਲੀ ਗਿਰੀ ਜੀ ਡਿਪਟੀ ਕਮਿਸ਼ਨਰ ਰੂਪਨਗਰ ਤੇ ਸੈਂਟੀਐਂਟ ਕੰਪਨੀ ਦੇ ਮੈਨੇਜਿੰਗ ਡਾਇਰੈਕਟਰ ਅਗਰਵਾਲ ਜੀ ਤੇ ਉਹਨਾਂ ਦੀ ਜਿਹੜੀ ਸਮੁੱਚੀ ਟੀਮ ਡਾਕਟਰ ਸਾਹਿਬਾਨ ਜੀ ਦੀ ਤੇ ਇਸ ਸਕੂਲ ਦੇ ਪ੍ਰਿੰਸੀਪਲ ਸਰ ਹਰਜੀਤ ਸਿੰਘ ਜੀ, 5 ਸਰਪੰਚ ਸਾਹਿਬਾਨ, ਸਕੂਲ ਮੈਨੇਜਮੈਂਟ ਕਮੇਟੀ ਦੇ ਚੇਅਰਮੈਨ, ਪੀਟੀਏ ਕਮੇਟੀ ਦੇ ਮੈਂਬਰਾਂ ਤੇ ਬਹੁਤ ਹੀ ਸਤਿਕਾਰਯੋਗ ਅਧਿਆਪਕ ਸਾਹਿਬਾਨ। ਸਭ ਤੋਂ ਪਹਿਲਾਂ ਮੈਂ ਆਪਣੇ ਵੱਲੋਂ ਜ਼ਿਲ੍ਹਾ ਸਿੱਖਿਆ ਅਫਸਰ ਦੀ ਟੀਮ ਵੱਲੋਂ ਮੈਡਮ ਡੀਸੀ ਸਾਹਿਬਾਨਾਂ ਦਾ ਆਪਣੀਆਂ ਦਿਲ ਦੀਆਂ ਗਹਿਰਾਈਆਂ ਤੋਂ ਬਹੁਤ ਬਹੁਤ ਜੀ ਆਇਆਂ ਕਹਿੰਦਾ ਹਾਂ, ਨਿੱਘਾ ਸਵਾਗਤ ਕਰਦਾ ਹਾਂ। ਜੇਕਰ ਆਪਾਂ ਸਕੂਲਾਂ ਦੀ ਨੁਹਾਰ ਦੀ ਗੱਲ ਕਰੀਏ, ਕਿਉਂਕਿ ਸਕੂਲਾਂ ਦੀ ਜਿੰਨਾ ਤੱਕ ਸਮਾਜ ਜਿਹੜਾ ਹੈ ਉਹ ਨਹੀਂ ਸਾਨੂੰ ਸਪੋਰਟ ਕਰਦਾ, ਉਹਨਾਂ ਚਿਰ ਸਾਨੂੰ ਜਿਹੜੇ ਹੈ ਕਿਤੇ ਨਾ ਕਿਤੇ ਜਿਹੜੀ ਸਕੂਲਾਂ ਦੀ ਤਰੱਕੀ ਦੇ ਵਾਸਤੇ ਥੋੜ੍ਹੀ ਦਿੱਕਤ ਆਉਂਦੀ ਹੈ। ਇਹ ਮੈਡਮ ਸੋਨਾਲੀ ਗਿਰੀ ਦੀ ਯੋਗ ਰਹਿਨਮਾਈ ਹੈ ਕਿ ਨਵਾਂ ਸ਼ਹਿਰ ਜ਼ਿਲ੍ਹੇ ਤੋਂ ਉਹਨਾਂ ਨੂੰ ਮੋਟੀਵੇਟ ਕਰਕੇ ਰੋਪੜ ਜ਼ਿਲ੍ਹੇ ਦੇ ਵਿੱਚ ਲੈ ਕੇ ਆਏ ਆ, ਕਿਉਂਕਿ ਇਹਨਾਂ ਦਾ ਕੰਮ ਜਿਹੜਾ ਹੈ ਨਵਾਂ ਸ਼ਹਿਰ ਦੇ ਵਿੱਚ ਸੀ। ਮੈਨੂੰ ਪਤਾ ਹੈ ਇਹਨਾਂ ਨੇ ਸਾਡੇ ਜਿਹੜੇ 5 ਸਕੂਲ ਹੈ ਉਹ ਅਡੋਪਟ ਕੀਤੇ ਆ। ਇੱਕ ਸਾਡਾ ਸਰਸਾ ਨੰਗਲ ਹੈ, ਇੱਕ ਸਾਡਾ ਸਕੂਲ ਹੈ ਕੋਟਾ ਨਿਹੰਗ, ਇੱਕ 9 ਲੱਖਾ ਤੇ ਇੱਕ ਜਿੰਦਾਪੁਰ ਸਕੂਲ ਹੈ। 5 ਸਕੂਲ ਜਿਹੜੇ ਸਾਡੇ ਹੈ ਇਹ ਕੰਪਨੀ ਨੇ ਜਿਹੜੇ ਹੈ ਅਡੋਪਟ ਕੀਤੇ ਹੋਏ ਆ। ਸੋ ਜੇ ਸਰਸਾ ਨੰਗਲ ਦੇ ਵਿੱਚ ਗੱਲ ਕੀਤੀ ਜਾਵੇ, 25 ਲੱਖ ਦੇ ਤਕਰੀਬਨ ਲਗਭਗ ਜਿਹੜੇ ਹੈ ਕੰਪਨੀ ਜਿਹੜੇ ਕੰਮ ਇੱਥੇ ਸਕੂਲ ਦੇ ਵਿੱਚ ਕਰਵਾ ਰਹੀ ਹੈ ਔਰ ਸਕੂਲ ਦੀ ਦਸ਼ਾ ਤੇ ਦਿਸ਼ਾ ਜਿਹੜੀ ਹੈ ਬਦਲਣ ਜਾ ਰਹੀ ਹੈ। ਮੈਂ ਜਿੱਥੇ ਕੰਪਨੀ ਦੇ ਡਾਇਰੈਕਟਰ ਸਾਹਿਬਾਨ ਦਾ ਆਪਣੇ ਸਿੱਖਿਆ ਮਹਿਕਮੇ ਵੱਲੋਂ ਬਹੁਤ ਬਹੁਤ ਧੰਨਵਾਦ ਕਰਦਾ ਕਿ ਇਹਨਾਂ ਨੇ ਜਿਹੜੀ ਹੈ ਸਰਕਾਰੀ ਸਕੂਲਾਂ ਦੀ ਬਾਹ ਫੜੀ ਹੈ, ਇਹਨਾਂ ਵੱਲ ਧਿਆਨ ਦਿੱਤਾ ਹੈ ਤੇ ਸਕੂਲਾਂ ਨੂੰ ਜਿਹੜੇ ਇੱਥੇ ਬੱਚੇ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਪੜ੍ਹਦੇ ਆ ਉਹਨਾਂ ਨੂੰ ਜਿਹੜਾ ਹੈ ਇੱਕ ਚੰਗਾ ਮਾਹੌਲ ਦਿੱਤਾ ਜਾ ਰਿਹਾ। ਜੇਕਰ ਆਪਾਂ ਮੈਡਮ ਦੀ ਵਰਕਿੰਗ ਦੀ ਗੱਲ ਕਰੀਏ, ਕਰੋਨਾ ਤੋਂ ਸ਼ੁਰੂ ਕਰਦੇ ਜੀ ਆਪਾਂ ਤੇ ਦਿਨ ਰਾਤ 1 ਲੱਖ ਇਹਨਾਂ ਨੇ ਜਿਹੜਾ ਹੈ ਕੰਮ ਕੀਤਾ ਔਰ ਕਿਸੇ ਵੀ ਤਰ੍ਹਾਂ ਦੀ ਦਿੱਕਤ ਜਿਹੜੀ ਹੈ ਕਿਸੇ ਵੀ ਲੋਕਾਂ ਨੂੰ ਜਿਹੜੀ ਆਉਣ ਨਹੀਂ ਦਿੱਤੀ। ਬੇਸ਼ੱਕ ਸਾਡੀ ਸਿੱਖਿਆ ਮਹਿਕਮੇ ਦੀ ਟੀਮ ਵੀ ਨਾਲ ਜਿਹੜੀ ਹੈ ਇਹਨਾਂ ਦੇ ਨਾਲ ਮੋਢਾ ਜਿਹੜਾ ਕੇ ਚੱਲ ਰਹੀ ਸੀ ਤੇ ਇਹਨਾਂ ਨੇ ਇਹਨਾਂ ਪੂਰੀ ਯੋਗ ਅਗਵਾਈ ਦਿੱਤੀ ਔਰ ਬਹੁਤ ਵਧੀਆ ਜਿਹੜਾ ਕੰਮ ਹੈ ਕਰੋਨਾ ਮਹਾਮਾਰੀ ਦੇ ਦੌਰਾਨ ਡਿਸਟ੍ਰਿਕਟ ਰੋਪੜ ਦੇ ਵਿੱਚ ਹੋਇਆ। ਪੰਜਾਬ ਦੇ ਸਭ ਤੋਂ ਜ਼ਿਆਦਾ ਜਿਹੜਾ ਕੰਮ ਹੋਇਆ ਉਹ ਡਿਸਟ੍ਰਿਕਟ ਰੋਪੜ ਮੈਡਮ ਸੋਨਾਲੀ ਗਿਰੀ ਦੀ ਯੋਗ ਅਗਵਾਈ ਹੋਇਆ। ਇਹਨਾਂ ਦਾ ਜਿਹੜਾ ਵਰਕਿੰਗ ਸਟਾਈਲ ਹੈ, ਕਿਉਂਕਿ ਸਾਡਾ ਮੀਟਿੰਗਾਂ ਦੇ ਜ਼ਰੀਏ ਜਾਂ ਹੋਰ ਸਾਡਾ ਜਿਹੜਾ ਵਾਹ ਪੈਂਦਾ ਰਹਿੰਦਾ, ਹਮੇਸ਼ਾ ਹਸਮੁਖ, ਕਦੇ ਕਿਸੇ ਨੂੰ ਮਤਲਬ ਗੁੱਸਾ ਨਹੀਂ, ਹਰ ਇੱਕ ਦੀ ਗੱਲ ਸੁਣਨਾ, ਇਹ ਆਮ ਇੱਕ ਐਡਮਿਨਿਸਟ੍ਰੇਸ਼ਨ ਨਹੀਂ ਹੁੰਦੀ। ਇਹ ਇਹਨਾਂ ਦੇ ਵਿੱਚ ਇੱਕ ਗੁਣ, ਮੈਂ ਬੜੇ ਸਮੇਂ ਤੋਂ ਜਿਹੜੇ ਹੈ ਐਡਮਿਨਿਸਟ੍ਰੇਸ਼ਨ ਨਾਲ ਜੁੜਿਆ ਹੋਇਆ। ਜੇ ਹੁਣ ਪਿੱਛੇ 26 ਜਨਵਰੀ ਦੀ ਗੱਲ ਹੋਇਆ ਕਿ ਪ੍ਰੋਗਰਾਮ ਹੋਇਆ ਸੀ, ਬ੍ਰਹਮ ਮਹਿੰਦਰਾ ਜੀ ਮੰਤਰੀ ਕੈਬਨਿਟ ਮੰਤਰੀ ਜਿੱਥੇ ਆਏ ਸੀ ਝੰਡਾ ਲਹਿਰਾਉਣ ਵਾਸਤੇ, ਮੈਂ ਉਹ ਗੱਲ ਕਹਿਣ ਦੇ ਵਿੱਚ ਬਿਲਕੁਲ ਗਰੀਜ਼ ਨਹੀਂ ਕਰਾਂਗਾ ਕਿਉਂਕਿ 26 ਜਨਵਰੀ 15 ਅਗਸਤ ਜਿਹੜਾ ਹੈ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਹੈ। ਜੇਕਰ ਸਕੂਲਾਂ ਦਾ ਯੋਗਦਾਨ ਨਾ ਹੋਵੇ ਤਾਂ ਉਹ ਸਕੂਲ ਜਿਹੜਾ ਹੈ ਉਹ ਕਾਮਯਾਬ ਨਹੀਂ ਹੋ ਸਕਦਾ। ਸਾਰਿਆਂ ਨੂੰ ਵੱਡੀ ਗੱਲ ਕਿ ਜਿਨ੍ਹਾਂ ਨੇ ਬੱਚਿਆਂ ਦੇ ਵਿੱਚ ਜਾ ਕੇ ਇਕੱਲੇ ਬੱਚੇ ਕੋਲ ਜਿੰਨੀਆਂ ਟੀਮਾਂ ਨੇ ਪਾਰਟੀਸਪੇਟ ਕੀਤਾ ਸੀ, ਇਕੱਲੇ ਕੋਲ ਜਾ ਕੇ ਜਿਹੜੇ ਹੈ ਇਹਨਾਂ ਨੇ ਬੱਚਿਆਂ ਨੂੰ ਹੌਸਲਾ ਅਫਜ਼ਾਈ ਦਿੱਤੀ ਔਰ ਉਹਨਾਂ ਨਾਲ ਫੋਟੋਗ੍ਰਾਫ ਲਈ। ਕਿਉਂਕਿ ਮੈਂ ਕਾਫੀ ਸਮੇਂ ਤੋਂ ਇਦਾਂ ਕਦੇ ਵੀ ਨਹੀਂ ਹੋਇਆ ਵੀ ਇਸ ਤਰ੍ਹਾਂ ਦੇ ਡਿਪਟੀ ਕਮਿਸ਼ਨਰ ਰੋਪੜ ਦੇ ਵਿੱਚ ਆਏ ਹੋਣ ਤੇ ਬੱਚਿਆਂ ਨੂੰ ਜਿਹੜਾ ਹੈ ਰੂਬਰੂ ਹਰ ਟਾਈਮ ਬੱਚਿਆਂ ਦੇ ਨਾਲ ਜਿਹੜੇ ਹੁੰਦੇ ਆ ਤੇ ਇਕੱਲੇ ਆਪ ਜਾ ਕੇ ਜਿੱਥੇ ਟੀਮਾਂ ਸੀਆਂ ਸਾਡੀਆਂ NCC ਦੀਆਂ ਸੀ, ਸਕਾਊਟ ਦੀਆਂ ਸੀਗੀਆਂ, ਜਿਹੜੀਆਂ ਵੀ ਟੀਮਾਂ ਉਹਨਾਂ ਨੇ ਪਾਰਟੀਸਪੇਟ ਕੀਤਾ ਉਹਨਾਂ ਕੋਲ ਜਾ ਕੇ ਇਹਨਾਂ ਨੇ ਮਤਲਬ ਬੱਚੇ ਨੂੰ ਆਪ ਹੌਸਲਾ ਅਫਜ਼ਾਈ ਦਿੱਤੀ। ਕਿੰਨਾ ਬੱਚਿਆਂ ਦਾ ਮਾਣ ਹੁੰਦਾ ਤੇ ਮੈਂ ਜ਼ੋਰਦਾਰ ਤਾੜੀਆਂ ਦੇ ਨਾਲ ਇੱਕ ਵਾਰੀ ਸਾਰੇ ਬੱਚੇ ਮੈਡਮ ਜੀ ਦਾ ਹੌਸਲਾ ਅਫਜ਼ਾਈ ਕਰਾਂ। ਸੋ ਜਿੱਥੇ ਤੱਕ ਕੰਮਾਂ ਦੀ ਦੁਬਾਰੇ ਗੱਲ ਕਰੀਏ ਆਪਾਂ, ਕਿ ਕਾਫੀ ਜ਼ਿਲ੍ਹੇ ਦੇ ਵਿੱਚ ਜਿਹੜਾ ਹੈ ਕੰਮ ਹੋਇਆ ਸਿੱਖਿਆ ਦਾ, ਬਹੁਤ ਜ਼ਿਆਦਾ ਜਿਹੜੀ ਤਰੱਕੀ ਜਿਹੜੀ ਕੀਤੀ ਹੈ। ਜਿਹੜੇ ਸਟੇਟ ਸਕੱਤਰ ਜੀ ਨੇ ਸਾਰੀ ਜਿਹੜੀ ਹੈ ਉਹ ਤੁਹਾਨੂੰ ਰੂਪਰੇਖਾ ਦੱਸੀ ਹੈ ਕਿ ਮੈਡਮ ਉਹਨਾਂ ਨੇ ਕਿਹੜੇ ਕੰਮ ਕੀਤੇ, ਕਿਹੜੇ ਜਿਹੜੇ ਹੈ ਸਾਡੇ ਜ਼ਿਲ੍ਹਾ ਜਿਹੜਾ ਕਿੱਥੇ ਤੇ ਕਿੱਥੇ ਤੱਕ ਗਿਆ। ਇਸ ਸਮੇਂ ਦੇ ਦੌਰਾਨ ਸਾਡੇ ਜ਼ਿਲ੍ਹੇ ਨੇ ਜਿੰਨੀ ਤਰੱਕੀ ਕੀਤੀ ਹੈ ਐਨੀ ਸ਼ਾਇਦ ਕਿ ਕਦੇ ਤਰੱਕੀ ਨਾ ਕੀਤੀ ਹੋਵੇ। ਬਹੁਤ ਜ਼ਿਆਦਾ ਜਿਹੜੀ ਹੈ ਸਾਡਾ ਜਿਹੜਾ ਤਰੱਕੀ ਦੀ ਲੀਹਾਂ ਵੱਧ ਰਿਹਾ। ਸੋ ਪਿੱਛੇ ਤਾਂ ਇਹ ਵੀ ਮਤਲਬ ਅਖਬਾਰਾਂ ਦੇ ਵਿੱਚ ਚਰਚਾ ਰਹੀ ਹੈ, ਮੰਗ ਉੱਠੀ ਸੀ ਕਿ ਮੈਡਮ ਸੋਨਾਲੀ ਗਿਰੀ ਨੂੰ ਜਿਹੜਾ ਹੈ ਉਹ ਉੱਥੇ
26 ਜਨਵਰੀ ਜਾਂ 15 ਅਗਸਤ 'ਤੇ ਸਨਮਾਨਿਤ ਕੀਤਾ ਜਾਵੇ। ਇਹ ਬਹੁਤ ਇੱਕ ਵੱਡੀ ਗੱਲ ਹੈ ਕਿ ਮਤਲਬ ਲੋਕਾਂ ਨੇ ਆਵਾਜ਼ ਉਠਾਈ ਸੀ ਤੇ ਇਹ ਮੈਡਮ ਜਿਹੜੇ ਹੈ ਇੰਨਾ ਵਧੀਆ ਕੰਮ ਹੋਇਆ ਤੇ ਇਹਨਾਂ ਨੂੰ ਜਿਹੜਾ 26 ਜਨਵਰੀ 15 ਅਗਸਤ 'ਤੇ ਜਿਹੜਾ ਸਨਮਾਨਿਤ ਕੀਤਾ ਜਾਵੇ। ਇਹ ਵੀ ਪਿੱਛੇ ਅਖਬਾਰਾਂ ਦੇ ਵਿੱਚ ਇਸ ਗੱਲ ਦੇ ਵਿੱਚ ਸੋ ਸਾਡੇ ਲਈ ਵੈਸੇ ਵੀ ਇੱਕ ਕੁੜੀਆਂ ਲਈ ਵੀ ਮਾਣ ਦੀ ਗੱਲ ਹੈ, ਲੋਕਾਂ ਬੱਚਿਆਂ ਲਈ ਵੀ ਪ੍ਰੇਰਨਾ ਸਰੋਤ ਨੇ ਇਹ ਕਿ ਸਾਡੀ ਜਿਹੜੀ ਲੜਕੀ ਹੈ ਇਹ ਕਿੱਥੇ ਤੱਕ ਜਿਹੜੀ ਹੈ ਮਤਲਬ ਮਿਹਨਤ ਕਰਦੇ ਆ। ਸੋ ਬਾਕੀਆਂ ਵਾਸਤੇ ਵੀ ਜਿਹੜੇ ਹੈ ਪ੍ਰੇਰਨਾ ਸਰੋਤ ਬਣੇ ਨੇ ਇਹ ਤੇ ਇਸ ਤਰ੍ਹਾਂ ਦੇ ਜਿਹੜੇ ਹੈ ਆਪਣਾ ਐਡਮਿਨਿਸਟ੍ਰੇਟਰ ਜਿਹੜੇ ਹੈਗੇ ਇਹ ਲੜਕੀਆਂ ਦੇ ਵਿੱਚੋਂ ਨੇ। ਸੋ ਜਿੱਥੇ ਮੈਂ ਆਪਣੇ ਜ਼ਿਲ੍ਹੇ ਵੱਲੋਂ ਇਹਨਾਂ ਦੀ ਜਿਹੜੀ ਸੈਂਟੀਅੰਟ ਕੰਪਨੀ ਹੈ ਮੈਂ ਇਹਨਾਂ ਦਾ ਬਹੁਤ ਧੰਨਵਾਦੀ ਹਾਂ ਔਰ ਬਹੁਤ ਜਿਹੜੀ ਹੈ ਮੈਂ ਕਿ ਇਹਨਾਂ ਨੇ ਸਾਡੇ ਸਕੂਲਾਂ ਦੀ ਬਾਹ ਫੜੀ ਆ, ਸਾਡੇ ਸਕੂਲਾਂ ਦੀ ਦਿਸ਼ਾ ਤੇ ਦਸ਼ਾ ਬਦਲਣ ਵਾਸਤੇ ਇਹਨਾਂ ਨੇ ਪ੍ਰਣ ਲਿੱਤਾ। ਸੋ ਮੈਂ ਜਿੱਥੇ ਇਹਨਾਂ ਦੀ ਕੰਪਨੀ ਦੀ ਚੜ੍ਹਦੀ ਕਲਾ ਲਈ ਦੁਆ ਕਰਦਾ ਸੋ ਇਹ ਜਿਹੜੇ ਇਹਨਾਂ ਦੇ ਮੈਂਬਰਾਂ ਨੇ ਉਹਨਾਂ ਲਈ ਦੁਆ ਕਰਦਾ ਕਿ ਇਹ ਜਿਹੜੇ ਤੰਦਰੁਸਤ ਰਹਿਣ, ਜਿਨ੍ਹਾਂ ਨੇ ਇਹ ਬੀੜਾ ਚੁੱਕਿਆ ਹੈ, ਇਹ ਇਹਨਾਂ ਦੇ ਪਰਿਵਾਰ ਜਿਹੜੇ ਤੰਦਰੁਸਤ ਰਹਿਣ, ਇਹਨਾਂ ਦੀ ਕੰਪਨੀ ਜਿਹੜੀ ਹੈ 4 ਦਿਨ ਦੁੱਗਣੇ ਤੇ 4 ਦੁੱਗਣੇ ਚੌਗੁਣੇ ਤਰੱਕੀ ਕਰੇ। ਸੋ ਮੈਂ ਆਪਣੇ ਵੱਲੋਂ ਇੱਕ ਵਾਰੀ ਫੇਰ ਸਾਹ ਹਰਜੀਤ ਸਿੰਘ ਹੋਣਾ ਜੀ ਮੈਂ ਗੱਲ ਕਰਨੀ ਚਾਹਾਂਗਾ 2 ਮਿੰਟ ਲਈ। ਸਾਹ ਹਰਜੀਤ ਸਿੰਘ ਜੀ ਜਦੋਂ ਦੇ ਸਕੂਲ ਦੇ ਵਿੱਚ ਆਏ ਮੈਂ 2-3 ਵਾਰੀ ਮੇਰੇ ਜਿਹੜੇ ਹੈ ਇੱਥੇ ਰੌਂਦ ਲੱਗਿਆ। ਸੋ ਉਦੋਂ ਨਾਲੇ ਹੁਣ ਦਾ ਜਿਹੜਾ ਹੈ ਜ਼ਮੀਨ ਅਸਮਾਨ ਦਾ ਫਰਕ ਹੈ। ਇੱਕ ਕੰਮ ਕਿਸੇ ਤੋਂ ਕੋਆਪਰੇਸ਼ਨ ਲੈਣੀ, ਇੱਕ ਕੋਆਪਰੇਸ਼ਨ ਦੇਣੀ, ਕੋਆਪਰੇਸ਼ਨ ਜਿਹੜੀ ਹੈ ਲਈ ਜਾਂਦੀ, ਕੋਆਪਰੇਸ਼ਨ ਦਿੱਤੀ ਜਾਂਦੀ। ਸੋ ਉਹ ਜਿਹੜੀ ਹੈ ਇਹਨਾਂ ਦੇ ਵਿੱਚ ਇਹ ਇੱਕ ਵਿਲੱਖਣ ਗੁਣ ਹੈ। ਇਹ ਕੋਆਪਰੇਸ਼ਨ ਲੈਂਦੇ ਆ, ਲੋਕਾਂ ਨੂੰ ਨਾਲ ਜੋੜਿਆ ਇਹਨਾਂ ਨੇ। ਸਕੂਲ ਨੂੰ ਦੇਖੋ ਜਿਨ੍ਹਾਂ ਤੇ ਤੁਸੀਂ ਪਬਲਿਕ ਨੂੰ ਜਨਤਾ ਨੂੰ ਨਾਲ ਨਹੀਂ ਜੋੜਦੇ ਤਾਂ ਜਿਹੜਾ ਸਕੂਲ ਦਾ ਜਿਹੜਾ ਹੈ ਉਹ ਵਿਕਾਸ ਨਹੀਂ ਹੋ ਸਕਦਾ। ਸੋ ਮੈਂ ਇੱਕ ਹੋਰ ਬੇਨਤੀ ਕਰਾਂਗਾ ਕਿ ਬਹੁਤ ਸਾਰੇ ਇੱਥੇ ਲੋਕੀ ਬੈਠੇ ਆ, ਮੈਂ ਤਾਂ ਕਹਿੰਦਾ ਵੀ ਧਾਰਮਿਕ ਸਥਾਨ ਜਿਹੜਾ ਹੈ ਸਾਡੇ ਸਕੂਲ ਹੈ। ਜੇ ਅੱਜ ਅਸੀਂ ਸਾਰੇ ਐਡਮਿਨਿਸਟ੍ਰੇਸ਼ਨ ਮੈਡਮ ਬੈਠੇ ਆ ਤੇ ਡਿਊ ਟੂ ਸਕੂਲ ਹੈ, ਇਹ ਸਕੂਲ ਹੈ, ਇਹ ਧਾਰਮਿਕ ਸਥਾਨ ਇਹ ਹੈ। ਬਾਕੀ ਦੂਜੇ ਵੀ ਧਾਰਮਿਕ ਸਥਾਨਾਂ ਨੂੰ ਮੈਂ ਕਿਸੇ ਨੂੰ ਉਹ ਨਹੀਂ ਗੱਲ ਕਰਦਾ, ਪਰ ਮੈਂ ਮੇਰੀ ਇੱਕ ਆਪਣਾ ਮੰਨਣਾ ਕਿ ਮੈਂ ਜਿਹੜੇ ਸਕੂਲਾਂ ਨੂੰ ਆਪਣੇ ਧਾਰਮਿਕ ਸਥਾਨ ਮੰਨਦਾ, ਇੱਥੇ ਮੇਰਾ ਸਿਰ ਝੁਕਦਾ। ਸੋ ਆਪਾਂ ਜਿਹੜਾ ਵੀ ਕੋਈ ਦਾਨ ਕਰੀਏ ਜਾਂ ਕੋਈ ਵੀ ਕਿਤੇ ਵਿਆਹ ਸ਼ਾਦੀ ਹੋਵੇ ਜਾਂ ਕਿਸੇ ਪਿੰਡ ਦੇ ਪੰਚਾਇਤ ਦੇ ਸੱਜਣ ਬੈਠੇ ਨੇ, ਉਹ ਜਿਹੜੇ ਬੇਨਤੀ ਹੈ ਮੈਨੂੰ ਕਿ ਜੇ ਕੋਈ ਵੀ ਚੀਜ਼ ਦੇਣੀ ਹੈ ਤਾਂ ਸਕੂਲਾਂ ਵਾਸਤੇ ਦਿਓ, ਠੀਕ ਹੈ। ਧਾਰਮਿਕ ਸਥਾਨ ਵਾਸਤੇ ਵੀ ਤੁਹਾਡੀ ਆਸ ਹੈ, ਉੱਥੇ ਵੀ ਤੁਸੀਂ ਪਰ ਜ਼ਿਆਦਾ ਜਿਹੜੀ ਹੈ ਉਹ ਕੋਆਪਰੇਟ ਜਿਹੜਾ ਸੁਰੱਖ ਕਿ ਕੋਈ ਇੱਥੋਂ ਹੀ ਨਿੱਗਰ ਸਮਾਜ ਦੀ ਜਿਹੜੀ ਹੈ ਸਿਰਜਣਾ ਹੋਣੀ ਹੈ। ਇਹ ਸਾਡਾ ਜਿਹੜੇ ਬੱਚੇ, ਇਹ ਹੈ ਸਾਡਾ ਸਮਾਜ। ਜਿੱਦਾਂ ਦਾ ਜਿੱਦਾਂ ਨੂੰ ਅਸੀਂ ਇਹਨਾਂ ਨੂੰ ਫੀਡਬੈਕ ਦੇਵਾਂਗੇ, ਜਿੱਦਾਂ ਦੇ ਨੂੰ ਅਸੀਂ ਬਣਾਵਾਂਗੇ, ਇਹੀ ਸਾਡੇ ਅੱਗੇ ਜਾ ਕੇ ਐਡਮਿਨਿਸਟ੍ਰੇਟਰ, ਇਹੀ ਸਾਡੇ ਲੀਡਰ ਤੇ ਇਹੀ ਸਾਡੇ ਜਿਹੜੇ ਕਾਰਪੋਰੇਟ ਘਰਾਣੇ ਬਣ ਗਏ ਤੇ ਇਹੀ ਜਿਹੜਾ ਸਾਡਾ ਇੱਕ ਸਮਾਜ ਦੀ ਜਿਹੜੀ ਨਿੱਗਰ ਸਮਾਜ ਦੀ ਸਿਰਜਣਾ ਹੋਏਗੀ। ਸੋ ਆਪਾਂ ਆਪਣੇ ਨਿੱਗਰ ਸਮਾਜ ਨੂੰ ਜਿਹੜਾ ਹੈ ਸਿਰਜਣ ਲਈ ਲੋਕਾਂ ਦੀ ਕੋਆਪਰੇਸ਼ਨ ਜਿਹੜੀ ਹੈ ਬਹੁਤ ਜ਼ਰੂਰੀ ਹੈ। ਸਹਿਯੋਗ ਕਰਿਆ ਕਰੋ, ਸਕੂਲਾਂ ਦੇ ਵਿੱਚ ਵੱਧ ਤੋਂ ਵੱਧ ਸਹਿਯੋਗ ਕਰਨਾ। ਅੰਤ ਦੇ ਵਿੱਚ ਮੈਂ ਸਾਰੀ ਸਮੁੱਚੀ ਟੀਮ ਦਾ, ਸੈਂਟੀਅੰਟ ਟੀਮ ਦਾ, ਜਿਨ੍ਹਾਂ ਨੇ ਇਸ ਸਕੂਲ ਦੇ ਵਿੱਚ ਬਹੁਤ ਜ਼ਿਆਦਾ ਕੰਸਟਰਕਸ਼ਨ ਦਾ ਕੰਮ ਕਰਵਾਇਆ ਤੇ ਕਰਵਾਉਣ ਜਾ ਰਿਹਾ ਤੇ ਮੈਂ ਆਪਣੇ ਜ਼ਿਲ੍ਹੇ ਦੀ ਸਮੁੱਚੀ ਟੀਮ ਵੱਲੋਂ ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਹੋਇਆ ਆਪਣੀ ਜਗ੍ਹਾ ਲੈਂਦਾ। ਜੈ ਹਿੰਦ। ਬੱਚਿਆਂ ਨੂੰ ਤੁਸੀਂ ਇਸ ਤਰ੍ਹਾਂ ਕੰਮ ਕਰਾਓ, ਆਹ ਕੰਮ ਕਰਾਓ। ਸੋ ਇਹਨਾਂ ਦੀ ਜਿਹੜੇ ਨੇੜਤਾ ਉਹ ਬੱਚਿਆਂ ਦੇ ਨਾਲ ਬਹੁਤ ਜ਼ਿਆਦਾ ਹੈ ਔਰ ਜ਼ਿਲ੍ਹੇ ਦਾ ਜਿਹੜਾ ਸਿੱਖਿਆ ਵਿਭਾਗ ਦਾ ਜਿਹੜਾ ਕੰਮ ਹੈ ਉਹ ਬਹੁਤ ਸੁਚਾਰੂ ਰੂਪ ਦੇ ਵਿੱਚ ਇਹਨਾਂ ਦੀ ਅਗਵਾਈ ਦੇ ਵਿੱਚ ਜਿਹੜਾ ਚੱਲ ਰਿਹਾ ਹੈ। ਅਸੀਂ ਬਹੁਤ ਧੰਨਵਾਦੀ ਹੈ ਡੀਓ ਸਾਹਿਬ ਦੇ ਔਰ ਡਿਪਟੀ ਡੀਓ ਸਾਹਿਬ ਨਾਲ ਬੈਠੇ ਆ। ਉਹਨਾਂ ਦੀ ਜੇ ਮੈਂ ਸਿਫਤ ਕਰਾਂ ਤਾਂ ਉਹ ਬਹੁਤ ਥੋੜ੍ਹੀ ਹੈ। ਉਹ ਆਪਣੇ ਆਪ ਨੂੰ ਡਿਪਟੀ ਡੀਓ ਸਮਝਦੇ ਨਹੀਂ, ਉਹ ਆਪਣੇ ਆਪ ਨੂੰ ਇੱਕ ਟੀਚਰ ਦੇ ਤੌਰ 'ਤੇ ਜਿਹੜਾ ਉਹ ਸਾਡੇ ਕੋਲ ਜਦੋਂ ਵੀ ਵਿਜ਼ਿਟ ਕਰਦੇ ਆ ਤਾਂ ਬੱਚਿਆਂ ਦੇ ਨਾਲ ਜਿਹੜਾ ਕਲਾਸਰੂਮ ਦੇ ਵਿੱਚ ਜਾ ਕੇ ਬੱਚਿਆਂ ਨੂੰ ਪੜ੍ਹਾ ਕੇ ਵੀ ਜਾਂਦੇ ਆ। ਸੋ ਇਹਨਾਂ ਦੀ ਇੰਨੀ ਡੈਡੀਕੇਸ਼ਨ ਹੈ। ਸੋ ਅਸੀਂ ਸ਼ੁਰੂ ਤੋਂ ਹੀ ਇਹਨਾਂ ਨੂੰ ਜਾਣਦੇ ਹਾਂ ਕਿਉਂਕਿ ਪ੍ਰਿੰਸੀਪਲ ਸਾਹਿਬ, ਡਿਪਟੀ ਡੀਓ ਸਾਹਿਬ ਤੇ ਮੈਂ ਅਸੀਂ ਜਿਹੜਾ ਇੱਕ ਕਾਲਜ ਦੇ ਵਿੱਚ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਵਿੱਚ ਪੜ੍ਹੇ ਆ ਔਰ ਬਹੁਤ ਇੰਟੈਲੀਜੈਂਟ ਸਟੂਡੈਂਟ ਜਿਹੜੇ ਆ ਡਿਪਟੀ ਡੀਓ ਸਾਹਿਬ ਰਹੇ ਆ, ਸਾਡੇ ਪ੍ਰਿੰਸੀਪਲ ਸਾਹਿਬ ਰਹੇ ਆ। ਸੋ ਸਾਨੂੰ ਜਿਹੜਾ ਉਹ ਮਾਣ ਹੈ ਤੇ ਅਸੀਂ ਜਿਹੜਾ ਇੱਕੋ ਸਕੂਲ ਦੇ ਵਿੱਚ ਅਸੀਂ ਜਿਹੜਾ ਅੱਜ ਕੰਮ ਕਰ ਰਹੇ ਆ ਔਰ ਇਹ ਮੈਡਮ ਜਿਹੜਾ ਨੰਗਲ ਸਰਸਾ ਪਿੰਡ ਹੈ ਇਹ ਬਹੁਤ ਹੀ ਇੱਕ ਇਤਿਹਾਸਕ ਪਿੰਡ ਹੈ। ਇੱਥੇ ਜਿਹੜਾ ਵੀ ਬੰਦਾ ਜਿਹੜਾ ਸੇਵਾ ਕਰੂਗਾ ਪਰਮਾਤਮਾ ਜਿਹੜਾ ਉਹਨੂੰ ਜਿਹੜਾ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੂਗਾ ਕਿਉਂਕਿ ਇਹ ਜਿਹੜਾ ਇਲਾਕਾ ਅਨੰਦਪੁਰ ਸਾਹਿਬ ਤੋਂ ਲੈ ਕੇ ਚਮਕੌਰ ਸਾਹਿਬ ਤੱਕ ਇਹ ਜਿਹੜਾ ਇੱਕ ਇਤਿਹਾਸਕ ਜਿਹੜਾ ਇਲਾਕਾ ਹੈ, ਗੁਰੂ ਸਾਹਿਬਾਨ ਜਿਹੜੇ ਆ ਸਾਡੇ ਇੱਥੇ ਵਿਚਰਦੇ ਰਹੇ ਆ, ਉਹਨਾਂ ਦੇ ਬਹੁਤ ਆਸ਼ੀਰਵਾਦ ਹੈ ਇਸ ਇਲਾਕੇ ਨੂੰ। ਸੋ ਅਸੀਂ ਜਿਹੜਾ ਮਾਣ ਮਹਿਸੂਸ ਕਰਦੇ ਹਾਂ ਵੀ ਅਸੀਂ ਇਸ ਇਲਾਕੇ ਦੇ ਵਿੱਚ ਸਰਸਾ ਨੰਗਲ ਸਕੂਲ ਦੇ ਵਿੱਚ ਅਸੀਂ ਜਿਹੜੀ ਆ ਉਹ ਸੇਵਾ ਨਿਭਾ ਰਹੇ ਆ ਔਰ ਸੈਂਟੀਅੰਟ ਕੰਪਨੀ ਜਿਹੜੀ ਹੈ ਉਹਨਾਂ ਨੇ ਜਿਹੜਾ ਇਸ ਸਕੂਲ ਨੂੰ ਜਿਹੜਾ ਚੁਣਿਆ, ਇਸ ਪਿੰਡ ਨੂੰ ਚੁਣਿਆ ਡਿਵੈਲਪਮੈਂਟ ਵਾਸਤੇ, ਉਹਨਾਂ ਦੀ ਜਿਹੜੀ ਕੰਪਨੀ ਹੈ ਮੈਨੂੰ ਪੂਰਨ ਆਸ ਹੈ ਪ੍ਰਮਾਤਮਾ ਜਿਹੜਾ ਉਹਨਾਂ ਦੀ ਕੰਪਨੀ ਹੋਰ ਵੀ ਬੁਲੰਦੀਆਂ 'ਤੇ ਜਿਹੜਾ ਲੈ ਕੇ ਜਾਊਗਾ ਤੇ
ਕੰਪਨੀ ਜਿਹੜੀ ਹੈ ਤਰੱਕੀ ਦਿਨ ਪਰ ਦਿਨ ਜਿਹੜੀ ਤਰੱਕੀ ਕਰੂਗੀ। ਅਸੀਂ ਬਹੁਤ ਇਹਨਾਂ ਦੇ ਰਿਣੀ ਆ ਵੀ ਇਹਨਾਂ ਨੇ ਸਾਨੂੰ ਜਿਹੜਾ ਇਹੋ ਕੰਸਟਰਕਸ਼ਨ ਵਰਕ, ਰੈਨੋਵੇਸ਼ਨ ਵਰਕ ਜਿਹੜਾ ਸਾਡੇ ਸਕੂਲ ਦਾ ਕਰਵਾ ਕੇ ਸਾਨੂੰ ਬਹੁਤ ਮਾਣ ਬਖਸ਼ਿਆ। ਸੋ ਹੁਣ ਮੈਂ ਬੇਨਤੀ ਕਰਾਂਗਾ ਤੇਜਿੰਦਰ ਮੈਡਮ ਜੀ ਨੂੰ ਅਗਲਾ ਪ੍ਰੋਗਰਾਮ ਜਿਹੜਾ ਇਹੋ ਦੇਣ। ਖੇਡਣ ਮਨ ਕਾ ਚਾਓ, ਇਹ ਇੱਕ ਗੁਰਬਾਣੀ ਦੀ ਤੁਕ ਹੈ। ਇਸ ਗੁਰਬਾਣੀ ਦੀ ਤੁਕ ਵਿੱਚ ਦੱਸਿਆ ਹੋਇਆ ਕਿ ਮਨ ਦੇ ਪ੍ਰਗਟਾਵੇ ਆ ਉਹ ਨਿਰਮਲ ਹਾਸਿਆਂ ਜਾਂ ਆਪ ਮੁਹਾਰੇ ਪੈਂਦੇ ਗਿੱਧੇ ਭੰਗੜਿਆਂ ਨਾਲ ਪ੍ਰਗਟ ਹੁੰਦੇ ਹਨ। ਅਸੀਂ ਸੁਭਾਅ ਪੱਖੋਂ ਜਿਹੜੇ ਪੰਜਾਬੀ ਹੈ ਨਾ ਬਹੁਤ ਪ੍ਰਗਟਾਤਮਕ ਹੈ। ਅਸੀਂ ਆਪਣਾ ਜਿਹੜਾ ਪ੍ਰਗਟਾਵਾ ਆਪਣੇ ਸੁਭਾਅ ਨਾਲ ਹੀ ਦੱਸ ਦਿੰਦੇ, ਪਰ ਅੱਜ ਵੀ ਕਿਤੇ ਨਾ ਕਿਤੇ ਜਿਹੜੀਆਂ ਸਾਡੀਆਂ ਬੱਚੀਆਂ ਹੈ ਨਾ ਉਹਨਾਂ ਨੇ ਰਿਵਾਇਤਾਂ ਤੇ ਲਿਹਾਜ਼ਾਂ ਨਾਲ ਬੱਝੀਆਂ ਹੋਈਆਂ ਹੈ, ਬੰਨੀਆਂ ਹੋਈਆਂ ਹੈ ਸਾਡੇ ਸਮਾਜ ਨੇ। ਇੱਕ ਕਵਿਤਾ ਹੈ ਉਹ ਮਤਲਬ ਉਹ ਇਸ ਜਿਹੜੀ ਉਹ ਦੱਸ ਰਹੀ ਹੈ, ਦਰਸਾ ਰਹੀ ਹੈ, ਕਹਿੰਦਾ ਬੋੜਾਂ ਦੀਆਂ ਛਾਵਾਂ ਹੁੰਦੀਆਂ, ਬੋੜਾਂ ਦੀਆਂ ਛਾਵਾਂ ਹੁੰਦੀਆਂ, ਧੀਆਂ ਦਾ ਕਵਿਤਾਵਾਂ ਹੁੰਦੀਆਂ ਨੇ। ਬੋੜਾਂ ਦੀਆਂ ਛਾਵਾਂ ਹੁੰਦੀਆਂ, ਧੀਆਂ ਦਾ ਕਵਿਤਾਵਾਂ ਹੁੰਦੀਆਂ ਨੇ। ਇੱਜ਼ਤਾਂ ਹੁੰਦੀਆਂ ਨੇ ਘਰ ਦੀਆਂ, ਪਿਓ ਦੇ ਸਿਰ ਦਾ ਸਰਨਾਮਾ ਹੁੰਦੀਆਂ ਨੇ। ਇਸੀ ਗੱਲ ਨੂੰ ਸਾਰਥਕ ਕਰਦੀ ਹੋਈ ਸਾਡੀ ਅਗਲੀ ਪੇਸ਼ਕਸ਼ ਹੈ ਜਿਸ ਪੇਸ਼ਕਸ਼ ਹੈ ਉਸ ਵਿੱਚ ਇੱਕ ਧੀ ਆਪਣੀ ਮਾਂ ਨੂੰ ਆਪਣੇ ਮਨ ਵਿੱਚ ਉੱਠਦੇ ਹੋਏ ਬਲਬਲਿਆਂ ਨੂੰ ਪ੍ਰਗਟਾਉਂਦੀ ਹੈ ਜੋ ਨਾਚ ਰਾਹੀਂ ਦੱਸ ਰਹੀ ਹੈ। ਸੋ ਮੇਰਾ ਸੱਦਾ ਹੈ ਹੋਣਹਾਰ ਵਿਦਿਆਰਥੀਆਂ ਇਹਨਾਂ ਨੂੰ ਆਪਣਾ ਡਾਂਸ ਪੇਸ਼ ਕਰਨ। ਅੱਜ
ਸਕੂਲ ਸਟਾਫ, ਡਿਪਟੀ ਡੀਓ ਸਾਹਿਬ ਤੇ ਕੰਪਨੀ ਸੈਂਟਰੀ ਇੰਟਰ ਕੰਪਨੀ ਵੱਲੋਂ ਜਿਹੜਾ ਮੈਡਮ ਜੀ ਦਾ ਜਿਹੜਾ ਸਨਮਾਨ ਕੀਤਾ ਜਾ ਰਿਹਾ। ਇੱਕ ਵਾਰ ਤਾੜੀਆਂ ਮਾਰ ਕੇ ਬੱਚਿਓ, ਬਹੁਤ ਬਹੁਤ ਧੰਨਵਾਦ ਮੈਡਮ ਜੀ, ਤੁਸੀਂ ਸਾਨੂੰ ਜਿਹੜਾ ਇੰਨਾ ਸਮਾਂ ਦਿੱਤਾ ਤੇ ਅੱਜ ਜਿਹੜੇ ਸਕੂਲ ਦੇ ਵਿੱਚ ਕੰਸਟਰਕਸ਼ਨ ਵਰਕ ਹੋ ਰਿਹਾ ਹੈ ਉਹ ਕਰਾਉਣ ਦੇ ਵਿੱਚ ਤੁਹਾਡਾ ਜਿਹੜਾ ਬਹੁਤ ਵੱਡਾ ਯੋਗਦਾਨ ਹੈ। ਅਸੀਂ ਸਦਾ ਹੀ ਰਿਣੀ ਰਹਾਂਗੇ ਤੁਹਾਡੇ। ਹੁਣ ਮੈਡਮ ਜੀ ਦਾ ਜਿਹੜਾ ਇਹੋ ਸਨਮਾਨ ਜਿਹੜਾ ਇਹੋ ਕੰਪਨੀ ਦੇ ਐਸੋਸੀਏਟ ਡਾਇਰੈਕਟਰ ਜੀ ਮਨੀਸ਼ ਅਗਰਵਾਲ ਜੀ ਵੱਲੋਂ ਕੀਤਾ ਜਾ ਰਿਹਾ ਹੈ। ਹਾਂਜੀ ਸਰ, ਸਾਹਮਣੇ ਦੇਖੋ ਜੀ। ਹਾਂਜੀ ਸਰ, ਸਾਹਮਣੇ। ਥੈਂਕ ਯੂ ਸਰ। ਡੀਓ ਸਾਹਿਬ ਜੀ ਆਪਣਾ ਸਨਮਾਨ ਚਿੰਨ੍ਹ ਪ੍ਰਾਪਤ ਕਰਨਗੇ। ਡਿਪਟੀ ਡੀਓ ਸਾਹਿਬ ਐਸਪੀ ਸਿੰਘ ਜੀ ਦਾ ਸਨਮਾਨ ਜਿਹੜਾ ਕੀਤਾ ਜਾ ਰਿਹਾ ਹੈ ਵੱਲੋਂ ਕੀਤਾ ਜਾ ਰਿਹਾ ਹੈ। ਮੈਡਮ ਜੀ ਉਹਨਾਂ ਦਾ ਸਨਮਾਨ ਚਿੰਨ੍ਹ ਜਿਹੜੇ ਦੇ ਰਹੇ ਹੈ। ਬੱਚੇ ਤਾੜੀਆਂ ਮਾਰੋ। ਜੀ ਸਭ ਤੋਂ ਪਹਿਲਾਂ ਜਿਹੜੇ ਸਟੇਜ ਸੰਭਾਲ ਰਹੇ ਨੇ, ਮੈਂ ਉਹਨਾਂ ਨੂੰ ਬਹੁਤ ਬਹੁਤ ਧੰਨਵਾਦ ਕਰਨਾ ਚਾਹਦੀ ਹਾਂ। ਮੈਂ ਆਪਣੇ ਬਾਰੇ ਇੰਨਾ ਜ਼ਿਆਦਾ ਕਦੀ ਸੁਣਿਆ ਨਹੀਂ ਤੇ ਇਸ ਕਰਕੇ ਮੈਨੂੰ ਲੱਗਦਾ ਹੈਗਾ ਕੁਝ ਜ਼ਿਆਦਾ ਹੋ ਗਿਆ। लेकिन सब तो पहला जेडे आज धन्यवाद के पात्र रहेंगे वो आज सेंचुरियन फार्मास्यूटिकल की तरफ से एसोसिएट डायरेक्टर्स मनीष अग्रवाल जी, संजय जी, शिवचरण जी, लामा मैम। मैं बस ये कह सकती हूँ कि जब मैं नवांशहर सीगी तब शिवचरण जी से पहली बार मुलाकात हुई 2017 ਦੇ ਵਿੱਚ। ਉੱਥੇ ਵੀ ਅਸੀਂ कुछ CSR कैंपेन कर रहे थे। जब कोविड का माहौल आया तो ऑब्वियसली जब मैं रोपड़ जिले के विच आई तो बहुत ज़्यादा इत्थे दे बारे जानकारी नहीं सी, क्योंकि जब मैं ज्वाइन किया उसी वेले कोविड की महामारी जिहड़ी सीगी वो फैल चुकी सीगी। उस वेले मैंने अपने पुराने कुछ जिवें कह सकते हैं पहचान वाले या उनसे मदद मांगी और जितनी मांगी उससे ज़्यादा मांगी। मास्क लेके चाहिए या असी ऑक्सीमीटर ਨੂੰ लेके करिए। सेंचुरियन फार्मास्यूटिकल ਦੀ पूरी टीम ने सानू बहुत ज़्यादा सपोर्ट किया, जिवें कोरोना की महामारी ਨੂੰ लड़न वास्ते जो सानू संसाधन चाहिए ਸੀਗੇ उसके वास्ते, ਜਾਂ ਹੁਣ ਅਸੀਂ नवजीवन की पहल ਦੇ ਵਿੱਚ जो ये 5 स्कूल आज उन्होंने एक जान फूकी है। सरकारी स्कूलों ਨੂੰ लेके एक भ्रांति है कि सरकारी स्कूल के बच्चे ਜਿਹੜੇ ਹੈਗੇ ਉਹਨਾਂ ਦੀ क्वालिटी एजुकेशन ठीक नहीं होती, उत्थे पढ़ाया नहीं जाता, उत्थे पता नहीं क्या क्या। मैं आपके साथ शेयर करना चाहती हूँ कि मेरे जेडे हस्बैंड ने विपुल उज्जवल जी IAS में स्टेट टॉपर रहे हैं, ऑल इंडिया 14वीं रैंक सीगे, थ्रू एंड थ्रू सरकारी स्कूलों तो पढ़े। क्योंकि जो मेरी मदर इन लॉ है, मेरे सौरे साहब तो मेरी सस दोनों सरकारी स्कूल के टीचर ने। तो सौरे साहब प्रिंसिपल वजों रिटायर हुए तो मैंने सौभाग्य है कि हुण आजकल मेरे साथ ही रह रहे हैं, उनका आशीर्वाद साढ़े साथ है। तो उनकी जो सोच है, मैं ये कह सकती हूँ कि शादी के बाद जो एक ज़मीन से लगाव है, ज़मीन से जुड़ाव है, जो मेरे व्यक्तित्व के विच भी जिहड़ा बदलाव आया हैगा वो बहुत कुछ नारी देन भी है। और वो बहुत सिंपल विचार, सादे विचार जो मैनू लगता हैगा कि एक सिंपल हाई थिंकिंग सिंपल लिविंग कि जी असी गल करते हैं कि आजकल सोशल मीडिया पे ना बच्चे बड़े भटक जाते हैं, सोशेबाजी ज़्यादा होती हैगी, गल्लां ज़्यादा मारते हैं, कंटेंट नहीं होता। जेकर गल करिए तो सरकारी स्कूलों के जिहड़े टीचर्स होंदे ने वो सब तो हाईली क्वालिफाइड होंदे ने। क्यों?
ਸਰਕਾਰੀ ਨੌਕਰੀ ਦਾ ਜਿਹੜਾ ਐਗਜ਼ਾਮ ਹੁੰਦਾ ਹੈ ਉਸ ਦੇ ਵਿੱਚ ਜਿਹੜੇ ਵੀ ਬੰਦੇ ਬੈਠਦੇ ਨੇ ਉਹਨਾਂ ਦੀ ਜਿਹੜੀ ਮੈਰਿਟ ਲਿਸਟ ਬਣਦੀ ਹੈਗੀ, ਉਹਨਾਂ ਦੇ ਜੋ ਟੌਪ ਮੈਰਿਟ ਹੋਲਡਰਸ ਹੁੰਦੇ ਨੇ ਉਹਨਾਂ ਨੂੰ ਨੌਕਰੀ ਮਿਲਦੀ ਹੈ। तो साढ़े को रिसोर्सेस टॉप दे हैंगे, जो बाकी की क्रीम बच जाती है कि वो फिर प्राइवेट स्कूलों वगैरह दे विच जाते हैंगे। रिसोर्सेस टॉप दे हैंगे जेकर क्वालिटी एजुकेशन ਨੂੰ ਦੇਣ ਵਾਸਤੇ ਬਣਾਈਏ तो साढ़े को जो गुरु हैं वो टॉप दे हैंगे। लेकिन कहीं ना कहीं संसाधन करके कहीं कमियां करके कई बार साढ़े को ਜਿਹੜੇ रूम्स की कमी हैगी, कई बार साढ़े को स्मार्ट टीवीज नहीं होंगे, साढ़े कोल पढ़ाने वास्ते कंटेंट नहीं होता। आज वही गैप सेटरेंट फार्मास्यूटिकल्स की टीम ने कहीं रोपड़ के कई स्कूलों के विच जो आज ये पहल की है नवजीवन की, वो गैप नू ब्रिज करने वास्ते की हैगी। तो मैं ये कह सकती हूँ बच्चों कि हो सकता है कि आप दे विचों कई, क्योंकि मैं थोड़ा सरकारी में भी पढ़ी हूँ फिर बाद में प्राइवेट में भी पढ़ी हूँ, तो मैं ये नहीं कह सकती कि मैं थ्रू एंड थ्रू सरकारी स्कूल की पैदाइश हूँ। लेकिन ज़रूर कि जो आज मेरे हस्बैंड ने, उन्होंने भाई ने, वो MD हैं और इस वक्त चंडीगढ़ में प्रैक्टिस कर रहे हैं, डॉक्टर हैं। तो उन्होंने बच्चों और आज कुछ बच्चे शायद आप में से इसी तरह के निकलेंगे, इस स्कूल का, इस एरिया का नाम रोशन करेंगे। कभी भी ये मत सोचना कि आप में कहीं से कमी है, कि प्राइवेट स्कूल वाले या पब्लिक स्कूल वाले आपसे बेहतर पढ़ाते हैं। नहीं, आपके जो टीचर हैं वो सबसे बेहतर हैं जेकर गल करिए क्वालिटी भी। तो उनसे जितना सीख सको उतना सीखो, जितना ले सको उतना ज्ञान लो, क्योंकि ये ज्ञान जो थोड़ा हैगा, मैं आज की डेट में जेडे मेरे क्लास 4 की भी मैथमेटिक्स की टीचर है, मैं आपको बताऊँ मैं BSc मैथमेटिक्स हूँ, यूनिवर्सिटी टॉपर हूँ मैथमेटिक्स की, लखनऊ यूनिवर्सिटी की। लेकिन क्लास 4 में मेरे 60% नंबर आए थे मैथ्स में। एक नंबर से मतलब ऐसा कहता बस एक नंबर से फर्स्ट डिवीजन थी, नहीं तो सेकंड डिवीजन आ जाती मैथ्स में। आज भी याद है मैथमेटिक्स के टीचर पवन कुमार सर और नागेश्वर सर, आज भी टीचर्स डे पे मैं ज़रूर उनको फ़ोन करती हूँ। उन्होंने एक जज्बा जगाया, पता नहीं क्यों, मैथ से पहले डर लगता था, उसके बाद ऐसे हो गया कि IIT वाली किताबें भी लेके बैठ के लगाना शुरू कर देते थे। तो हो सकता है कि आपके जो गुरु हैं उस दिशा में चले जाएं और शायद वो कॉम्पिटिटिव एग्जाम की तैयारी करने की जड़ी भावना से कि शायद उतों ही निकली कि लगे कि नहीं कुछ कर सकते हैं, अपने में भी कुछ है, कर सकते हैं अपने। इस करके आप सारे बच्चे आज जो मुझे दिख रहे हैं, क्योंकि जो मेरे बैचमेट NDC लुधियाना लगे ने वरिंदर जी, उन्होंने पंजाबी दे विच पास किया है IAS एग्जाम थ्रू एंड थ्रू सरकारी स्कूल दे विच। रामवीर हैं मेरे बैचमेट हैं, DC संगरूर लगे हुए हैं, थ्रू एंड थ्रू झज्जर तो बिलोंग करते हैं, सरकारी स्कूल की पैदाइश है। जेकर गल करते हैं कि जिसे प्राइवेट स्कूल वाले कर सकते हैं, इदा की गल नहीं हैगी। जेकर तुसी देखो जज्बा हैगा, जेकर जज्बा है, कुछ कर गुजरने की चाह होए, तो यहाँ पे लड़कियां जेरी बैठी हैं, मेरे ख्याल से कल को हो सकता है कोई नासा में जा रही हो, कोई इसरो में साइंटिस्ट होए, कोई पॉलिटिक्स में अपना नाम कमाए। हो सकता है कि इसके स्कूल का नाम रोशन इस तरह से होए कि पूरे विश्व के विच ये बच्चे जाके फैलन। लेकिन ये बहुत ज़रूरी है कि इस तरह के जेड़े हुण उपराले जिवें आज सैटरडे ने कदम चक्या हैगा, साडा एक बहुत बड़ा पुश दिता हैगा, उसी तरीके नाल आपकी मिसाल देते हुए होर भी लोग सामने आन, चाहे इंडिविजुअल कैपेसिटी दे विच, चाहे CSR के तहत इन बच्चों को जेड़े भी गैप मिल रहे हैं, जेड़ा भी पायदान उस सीढ़ी दे विच गायब है, वो सीढ़ी पूरी करती जाए। तो मैंने पूरी आस है कि ये सीढ़ी ज़रूर आसमान में जाके छुएगी। और आज मैं यहाँ के इस पिंड के जेड़े पतवते सज्जन ने, जेड़े SMC के मैंबर्स ने, मैं तुहानू भी बहुत बहुत धन्यवाद भी देना चाहते, तो बधाई के पात्र भी हो तुसी कि 125 बच्चे इतने पढ़ रहे हैं। लेकिन हुण भी कई बच्चे होने होंगे जो तुहाडे प्राइवेट स्कूलों के विच भजदौड़ कर रहे होने, पैसे ज़्यादा लगते हैं पता नहीं, लेकिन प्राइवेट स्कूलों का की चाह हैगी। हुण तो अंग्रेजी दे विच भी असीं सारी सिक्ख्या देण लगे ने, लेकिन एक बस ये कहंदी है कि लड़कियां नूं जरूर आगे
जिनके भी परिवार दे विच है जरूर एक सपोर्ट करो। ये लड़कियां अपनी सारी किस्मत सारे नाल लेके आती है। थोड़ा सा थोड़ा शायद सपोर्ट होए तो ये पौधा पेड़ रूपी दे विच जहाँ जाके फल देगा, दोनों भी छां मिलेगी, पूरे जग में छां मिलेगी। तो लड़कियां भी पढ़ाई बंद ना करिए कि 8वीं के बाद कई बार सोचते हैं 10वीं के बाद हुण की करना है, दूसरे घर में जाकर रोटी तो पकानी है। जिवें कहते हैं कि एक लड़की नूं पढ़ाओ तो पूरा परिवार पढ़ता हैगा, एक लड़के नूं पढ़ाओ तो उस लड़के को ही पढ़ाई देते हो। इस करके मैं सारियां तो बेनती भी करना चाहती हूँ, क्योंकि मैं 3 सिस्टर्स हाँ, असी पूर्वी यूपी के काफी पिछड़े इलाके तो बिलोंग करते हैं, खेतीबाड़ी का परिवार है। 3 सिस्टर्स हैं, मेरे पापा पुलिस में हैं, रिटायर हुए हैं। गांव में लोग कहते थे कि 3 बेटियों को पढ़ा लोगे ज्यादा, लड़का नहीं मिलना शादी करने के लिए। एक कजन की शादी में भी गए थे, 18 साल की थी, उसकी शादी कर रहे थे हम। मैं उस वक्त MBA कर रही थी, मेरी सिस्टर आगे नौकरी के लिए एग्जाम दे रही थी, छोटी वाली सिस्टर इंजीनियरिंग के एग्जाम दे रही थी। तो कहने लगे ज्यादा पढ़ा लोगे ना, लड़का नहीं मिलना, क्या करोगे? मेरे पापा ने जैसे कि मुंडेर होती है, ऐसे मुंडेर तो इसी के ऊपर पीछे जहाँ पे बच्चे बच्चे सब रहते हैं, बड़े लोग सब नीचे बैठे हुए थे, गर्मी का दिन था। पापा ने कहा कि अगर पूरी जिंदगी भर भी इन बेटियों को मुझे घर में रखना पड़े तो मेरे लिए बोझ नहीं है, मेरा मान है। लेकिन ये तब आएगा जब बच्चे भी आपको उतना रिजल्ट ला के दें और आप भी उनके ऊपर भरोसा करो, अपना मान उन्होंने बनाओ, ताकि उन्हों दे विच एक उन्होंने मन दे विच एक भरोसा होए कि हाँ एक हाथ है पीछे कि जब गिरेंगे तो संभालने के लिए कोई पकड़ सकता है। तो आज इन बच्चों को मैं बस एक बात करना चाह रही हूं, क्या बनना है ये खुद सोचो, लेकिन ये सोच लो कि आपके माँ बाप ने बहुत मेहनत की है, बहुत लोगों के ताने भी आपकी माँ ने सुने होंगे आपको पढ़ाई कराने के लिए, लेकिन उन सबकी मेहनत को रंग लाने की जिम्मेवारी से तोड़े तकंदों पे है। तो आजकल ना मोबाइल फोन बड़े हैं, गेम बड़ी खेलते, बड़ी बेटी है 8.5 साल की होगी, 3rd क्लास में अभी, उसके एग्जाम्स चल रहे हैं, कई बार फोन में लेके गेम खेलने लगती है। तो मैं उससे पूछती हूँ तुम्हें पता है कि जब हम क्लास 3rd में थे हम क्या क्या करते थे? हमें मम्मी बिठा देती थी घर का कुछ काम करने के लिए, अच्छा पढ़ाई नहीं कर रहे हो ना, घर का कुछ काम कर लो। लेकिन आजकल के बच्चे सूझवान ने, सियाणे ने, पहले तो सर पे 2 चपट पड़ती थी तब समझ में आता था, आजकल के बच्चे थोड़ा सा प्यार से समझा लो समझ जाते हैं। डांट वाट के करने का शायद तरीका बदल गया, जमाना बदल गया है। तो आज मैं टीचर्स को भी करूँगी, आप लोगों को पढ़ाने के तरीके भी जो है इंटरेस्टिंग बनाइए, बच्चों के मन में एक अंदर से हो कि और जानकारी लेनी है। क्योंकि कुछ ऐसा हुआ है कि मेरे बच्चे के साथ भी कि वो अपने कोर्स की बुक छोड़ के भी अगली भी और कोई बुक्स पढ़ती रहती है, जो एक अच्छी चीज है जो मैंने नहीं सिखाई। मैं घर में रहती ही नहीं हूँ कि मैं सिखा पाऊँ, लेकिन उसको इतना है कि मेरे घर में अब किताबों की एक पूरी अलमारी बन गई है जो उसकी कोर्स की नहीं है और वो पढ़ती है। तो मुझे खुशी है कि कुछ तो है जो अच्छा कर रही है, इसलिए कुछ तो बनाओ जो आपके मन का हो। क्योंकि पढ़ाई है जो मैं आज आपके सामने खड़ी हूँ, पढ़ाई है जो मेरी 3 सिस्टर्स हैं। बड़ी वाली इस वक्त NTPC दिल्ली में नौकरी कर रही हैं, जनरल मैनेजर HR की। छोटी वाली जो है वो मेरे 2010 बैच IAS हैं, काडर है राजस्थान, और वो जयपुर में इस वक्त अपनी सेवाएं दे रही है। उन्होंने जेडे हस्बैंड ने वो DM जोधपुर लगे हुए ने जो सेवा दे रहे ने, उन्होंने बैचमेट ने। मेरे हस्बैंड विपुल उज्जवल तुम जानते हो, डायरेक्टर सोशल सिक्योरिटी वुमेन एंड चाइल्ड डेवलपमेंट ने। और हम सारे बच्चे सिर्फ अपनी माँ बाप की मेहनत और अपनी टीचर्स की मेहनत की वजह से यहाँ खड़े हुए हैं। तो आप सब लोगों को मैं बस एक ही चीज कहना चाहती हूँ कि ये मत सोचना, लड़के भी सोचते ना कई बार कोई बात नहीं यार चल गिड़ी मारिए, थोड़ा सा खेल खेल लिए, कोई बात नहीं, गिड़ी ही मारनी है ना, सोच के मारो, फायदा क्या है। 2-4 साल अच्छा लगेगा,
बाद में पूरी जिंदगी पछताएंगे। इसलिए खेल भी खेलना हैगा, सोच के खेलो, उतनी शिद्दत से करो कि ਤੁਹਾਡਾ ਨਾਮ ਕਿਸੇ ਖੇਡ ਦੇ ਵਿੱਚ ਆਇਆ, ਕਿਸੇ ਟੀਮ ਦੇ ਵਿੱਚ ਆਇਆ, ਨੈਸ਼ਨਲ ਦੇ ਵਿੱਚ ਤੁਸੀਂ ਜਾਓ, ਅਸੀਂ ਤੁਹਾਡਾ ਨਾਮ टीवी पे देख के ਤੁਹਾਨੂੰ सल्यूट करिए। जज्बा वहां तक रखो, सिर्फ पढ़ाई में भी नहीं, खेलकूद में भी रखो, लेकिन जज्बा जो है सीधी तरीके नाल, सीधी सोच नाल होना चाहिए रहेगा। तभी तुसी आ सारे जो ये मेहनत कर रहे हैं, ਤੁਹਾਡੇ आस-पास के सारे लोग, स्टूडेंट वाले, ਤੁਹਾਡੇ टीचर्स, ਤੁਹਾਡੇ सारे माँ-पिओ, उन्हां दी मेहनत सफल हो पाए। इन्हीं के साथ थैंक यू। मैं वैसे कोशिश कर रही थी कि होर मैं ਤੁਹਾਡੇ ਨਾਲ ਸਮਾਂ ਦੇਵਾਂ, लेकिन मेरी एक मीटिंग है 2:30 बजे, मैं ਉੱਥੇ ਨਿਕਲਣਾ है। ਤੇ ਮੈਨੂੰ ਬਹੁਤ ਚੰਗਾ ਲੱਗਿਆ, ਮੈਨੂੰ ਬਹੁਤ ਵਧੀਆ ਲੱਗਿਆ ਕਿ ਅੱਜ ਜਿਹੜੀ ਅਸੀਂ ਪਹਿਲ ਕੁਝ ਮਹੀਨੇ ਪਹਿਲੇ ਸ਼ੁਰੂਆਤ ਕੀਤੀ ਸੀ ਗੱਲਬਾਤ ਕਰਨ ਤੋਂ, आज उसਨੂੰ एक मुकम्मल रूप मिलिया हैगा। तो मैं वापस डीओ साहब का, यहाँ के प्रिंसिपल साहिबान का, यहाँ के टीचर्स का, यहाँ के एसएमसी मेंबर्स का, नाल ही स्टूडेंट के पूरी CSR टीम और एसएससी डायरेक्टर्स का बहुत बहुत धन्यवाद करना चाहती हूँ। थैंक यू। मैं ਤੁਹਾਡਾ ਆਪਣਾ ਕਿਰਪਾ ਸਿੰਘ ਜੀ ਸਟਾਰ ਟੀਮ ਤੋਂ। ਸਾਡੇ ਵਿੱਚ ਮੈਡਮ ਸੋਨਾਲੀ ਗਿਰੀ ਜੀ ਜਿਹੜੇ ਸਾਡੇ ਵਿੱਚ ਡਿਪਟੀ ਕਮਿਸ਼ਨਰ ਜੀ ਪਹੁੰਚੇ, ਬਹੁਤ ਵੱਡਾ ਜਿਹਨਾਂ ਨੇ ਉਪਰਾਲਾ ਕੀਤਾ ਕਿ ਇਸ ਸੱਸਾ ਨੰਗਲ ਜਿਹੜਾ ਛੋਟਾ ਸਕੂਲ ਆ ਉਹਨੂੰ ਅਪਗ੍ਰੇਡ ਕਰਾਉਂਦੇ ਹੋਏ ਕਾਫੀ ਸਹਿਯੋਗ ਦਿੱਤਾ ਹੈ। ਤੇ ਸਾਡੇ ਵਿੱਚ ਸੋਨਾਲੀ ਗਿਰੀ ਜੀ ਆਪਾਂ जी एक सेंटर एंड फार्मास्यूटिकल्स वालों नवजीवन प्रोग्राम के तहत 5 स्कूल्स अडॉप्ट किए गए हैं। तो उन्होंने रेनोवेशन तो अपग्रेडेशन वास्ते कंस्ट्रक्शन कराई जा रही है स्कूलों की, तो इन्होंने लैब्स वगैरह तो होर जोड़े संसाधन है जुटाए जा रहे हैं। तो एक बहुत ही बड़ा उपराला है CSR के तहत जो अज सरसा नंगल स्कूल तो असी शुरुआत की हैगी। तो यहाँ के बच्चों, यहाँ के SMC मैंबर्स दे विच भी काफ़ी ज़्यादा उत्साह हैगा कि इस तरीके दे जेकर रिसोर्सिस की कमी नूं असी पूरा कर सकीए, तो इन बेशक इन बच्चों नूं होर आगे जाके पढ़ाई दे खेतर दे विच होर अपनी प्रतिभा दिखा सकते हैं। तो ऊँचे स्थानां ते जाके चाहे भावें सरकारी या होर विज्ञानिक वगैरह दे विच बन के इस पूरे खेतर का नाम रोशन कर सकते हैं। थैंक यू मैम। वाहिगुरू जी का खालसा, वाहिगुरू जी की फतेह। सरसा नंगल विच ਸਕੂਲ ਵਿੱਚ ਅੱਜ ਫੰਕਸ਼ਨ ਰੱਖਿਆ ਗਿਆ। ਸਰਦਾਰ ਹਰਜੀਤ ਸਿੰਘ ਜੀ ਪ੍ਰਿੰਸੀਪਲ ਸਾਹਿਬ ਸਾਡੇ ਨਾਲ ਵਿੱਚ ਮੌਜੂਦ ਹੈ। ਉਹਨਾਂ ਨੇ ਇਹ ਪ੍ਰੋਗਰਾਮ ਉਲੀਕਿਆ ਜਿੱਥੇ ਮੈਮ ਸੋਨਾਲੀ ਗਿਰੀ ਜੀ ਵੀ ਸਾਡੇ ਵਿੱਚ ਮੌਜੂਦ ਸੀ। ਆਪਾਂ ਉਹਨਾਂ ਨਾਲ ਵੀ ਗੱਲ ਕੀਤੀ ਹੈ ਤੇ ਸਾਡੇ ਇਸ ਪ੍ਰਿੰਸੀਪਲ ਸਾਹਿਬ ਨਾਲ ਗੱਲ ਕਰਾਂਗੇ। ਸਰ, ਤੁਸੀਂ ਇਹ ਜਿਹੜਾ ਉਪਰਾਲਾ ਕੀਤਾ ਹੈ ਇਹ ਕਿਵੇਂ ਤੁਹਾਡੇ ਜਿਹੜਾ ਮੈਨ ਵਿੱਚ ਆਇਆ? ਸਭ ਤੋਂ ਪਹਿਲਾਂ ਤਾਂ ਜੀ ਮੈਂ ਟੀਮ ਸੈਂਟੀਐਂਟ ਦਾ ਬਹੁਤ ਧੰਨਵਾਦੀ ਹਾਂ। ਇਹ ਉਪਰਾਲਾ ਵੀ ਮੇਰੇ ਦਿਮਾਗ ਦੇ ਵਿੱਚ ਇਹਨਾਂ ਨੇ ਲਿਆਂਦਾ ਤੇ ਨੇਪਰੇ ਚਾੜ੍ਹਨ ਦੇ ਵਿੱਚ ਇਹਨਾਂ ਦਾ ਹੀ ਹੱਥ ਹੈ। ਤੇ ਇੰਨਾ ਕੁ ਮੈਂ ਛੋਟੇ ਫੰਡ ਨੂੰ ਦੱਸਦਾ ਜੀ ਸਕੂਲ ਦੇ ਡਿਵੈਲਪਮੈਂਟ ਦੇ ਲਈ। ਇਹ 25-30 ਲੱਖ ਰੁਪਏ ਸਕੂਲ ਦੇ ਉੱਤੇ ਲਾ ਰਹੇ ਨੇ ਤੇ ਸਕੂਲ ਦੀ ਕਾਇਆ ਕਲਪ ਕਰ ਰਹੇ ਨੇ। ਰੈਨੋਵੇਸ਼ਨ ਵੀ, ਮੁਰੰਮਤ ਵੀ ਹੋ ਰਹੀ ਹੈ, ਨਵੀਆਂ ਸਾਰੀਆਂ ਵੀ ਹੋ ਰਹੀਆਂ ਨੇ। ਤੇ ਜੇ ਆਪਾਂ ਗੱਲ ਕਰ ਲਈਏ ਤੁਹਾਡੇ ਕੀ ਮਾਈਂਡ ਵਿੱਚ ਹੈਗਾ ਜੀ, ਆਪਾਂ ਸਕੂਲ ਨੂੰ ਕੀ ਦੇਣ ਨੇ? ਦੇਖੋ, ਸਕੂਲ ਜਿਹੜੇ ਨੇ ਉਹ ਸੁਸਾਇਟੀ ਦੇ ਵਿੱਚ ਨਾ ਮੇਜਰ ਰੋਲ ਅਦਾ ਕਰਦੇ ਨੇ। ਮੈਂ ਜਿਵੇਂ ਕਿ ਸਟੇਜ 'ਤੇ ਬੋਲਿਆ ਸੀ, ਸਮਾਜ ਨੇ ਉਵੇਂ ਦੇ ਹੀ ਬਣਨਾ ਜਿਵੇਂ ਦੀਆਂ ਸਾਡੀਆਂ ਵਿਦਿਅਕ ਸੰਸਥਾਵਾਂ ਨੇ। ਵਧੀਆ ਸਿਟੀਜ਼ਨ ਇੱਥੋਂ ਪੈਦਾ ਹੋਣੇ ਨੇ, ਡਾਕਟਰ ਇਮਾਨਦਾਰ ਡਾਕਟਰ ਵੀ ਇੱਥੋਂ ਪੈਦਾ ਹੋਣੇ ਨੇ, ਇਮਾਨਦਾਰ ਲੀਡਰ ਵੀ ਇੱਥੋਂ ਪੈਦਾ ਹੋਣੇ ਨੇ। ਜੇ ਆਪਾਂ ਸ਼ੋਰਟਕੱਟ ਕਹਿ ਦਈਏ ਸੰਖੇਪ ਦੇ ਵਿੱਚ, ਜਿਵੇਂ ਦੀਆਂ ਸੰਸਥਾਵਾਂ ਨੇ ਉਵੇਂ ਦੀ ਸਾਡੀ ਸੁਸਾਇਟੀ ਬਣਨੀ ਹੈ। ਇਹ ਸੰਸਥਾ ਇੱਕ ਸੁਸਾਇਟੀ ਦਾ ਇੱਕ ਸੂਖਮ ਰੂਪ ਹੁੰਦੀ ਹੈ। ਜਿਹਦਾ ਰੂਪ ਇਹ ਸਾਡੀ ਸੰਸਥਾਵਾਂ ਅਕਵਾਇਰ ਕਰਨਗੀਆਂ, ਸੁਸਾਇਟੀ ਦਾ ਉਹੀ ਰੂਪ ਸਾਹਮਣੇ ਆਏਗਾ। ਸੋ ਇਨਫਰਾਸਟਰਕਚਰ ਵਧੀਆ ਹੋਵੇ, ਮੈਨ ਪਾਵਰ ਸਾਡੇ ਕੋਲ ਬਹੁਤ ਵਧੀਆ ਹੈ। ਜੇ ਇਨਫਰਾਸਟਰਕਚਰ ਵਧੀਆ, ਬਿਲਡਿੰਗ ਵਧੀਆ ਬਣ ਰਹੀ ਹੈ ਤਾਂ ਨੈਚੁਰਲ ਹੈ ਕਿ ਬਹੁਤ ਸਾਰਥਕ ਨਤੀਜੇ ਨਿਕਲਣਗੇ। ਸੀ ਕਹਿਣ ਦਾ ਮਤਲਬ ਇਹ ਸੀ ਵੀ ਆਪਾਂ ਬੱਚਿਆਂ ਨੂੰ ਕੀ ਸਹੂਲਤਾਂ ਦੇਣ ਵਾਸਤੇ ਜਿਹੜੀ ਬਿਲਡਿੰਗ ਵਾਸਤੇ ਉਹ ਸਾਰੀ ਕੀਤੀ ਜਾ ਰਹੀ ਹੈ। ਦੇਖੋ ਕਿ ਸਭ ਤੋਂ ਪਹਿਲਾਂ ਤਾਂ ਕਿ ਸਾਡੇ ਕੋਲ ਸਟਾਫ ਰੂਮ ਦੀ ਕਮੀ ਸੀ, ਸੌਰੀ ਕਲਾਸਰੂਮ ਦੀ ਕਮੀ ਸੀ, ਉਹ ਇਹਨਾਂ ਨੇ ਪੂਰੀ ਕਰ ਦਿੱਤੀ ਹੈ ਜੀ। ਜਾਂ ਕੁਛ ਜਮਾਤ ਦੇ ਕਮਰੇ ਬਣੇ ਵੀ ਹੋਏ ਸੀ, ਉਹਨਾਂ ਦੇ ਹਾਲਾਤ ਇੰਨੀ ਵਧੀਆ ਨਹੀਂ ਸੀ ਕਿ ਜੇ ਆਪਾਂ ਕਿਸੇ ਸਮੇਂ ਦੇ ਹਾਣੀ ਬੱਚਿਆਂ ਨੂੰ ਬਣਾਉਣਾ ਹੈ ਤਾਂ ਉੱਥੇ ਬੈਠਣਾ ਬੱਚਾ ਵਧੀਆ ਨਹੀਂ ਸੀ ਲੱਗਦਾ। ਇਹਨਾਂ ਨੇ ਬਿਲਕੁਲ ਟੋਟਲੀ ਚੇਂਜ ਕਰ ਦਿੱਤਾ, ਕਾਇਆ ਕਲਪ ਕਰ ਦਿੱਤੀ ਹੈ। ਰੈਨੋਵੇਟ ਕਰ ਰਹੇ ਨੇ, ਟਾਈਲਾਂ ਲਵਾ ਰਹੇ ਨੇ, ਥੱਲੇ ਬਰਾਂਡੇ ਬਣਾ ਰਹੇ ਨੇ, ਮੂਹਰੇ ਵਾਸ਼ਰੂਮ ਠੀਕ ਕਰ ਰਹੇ ਨੇ, ਨਵੇਂ ਬਣਾ ਰਹੇ ਨੇ। ਮੈਂ ਦੱਸ ਨਹੀਂ ਸਕਦਾ ਕਿੰਨਾ ਕੰਮ ਕਰ ਰਹੇ ਨੇ। ਇਹਨਾਂ ਜਦੋਂ ਆਪਾਂ ਦੇਖੋ, ਆਪਾਂ ਵੀ ਕਿਤੇ ਜਾਂਦੇ ਆ ਨਾ, ਸਾਡੀ ਮੇਨ ਮਕਸਦ ਇਹ ਚੀਜ਼ ਲੱਗਦੀ ਕਿਵੇਂ ਦੀ ਹੈ, ਉਹ ਥਾਂ ਜਿੱਥੇ ਆਪਾਂ ਥਾਂ ਕਿਸ ਤਰ੍ਹਾਂ ਦੀ ਹੈ। ਹੁਣ ਇਹ ਇੱਕ ਐਸਪੈਕਟ ਨਵਾਂ ਜੁੜ ਚੁੱਕਿਆ ਕਿ ਸਕੂਲ
ਉੱਥੇ ਸਟਰੈਂਥ ਵੀ ਵਧੇਗੀ, ਜਿੱਥੇ ਕਿ ਸਕੂਲ ਵਧੀਆ ਇਮਾਰਤ ਵਧੀਆ ਹੋਏਗੀ। ਮੈਨ ਪਾਵਰ ਸਾਡੇ ਕੋਲ ਵਧੀਆ, ਜੇ ਇਮਾਰਤ ਵਧੀਆ ਸੋਨੇ ਸੁਹਾਗਾ ਹੈ। ਤੇ ਇਸ ਕਰਕੇ ਇਹ ਮੈਂ ਇੱਕ ਮਿੰਟ ਸਰ, ਮੈਂ ਜੀ ਸਟਾਰ ਟੀਮ ਵੱਲੋਂ ਅੱਜ ਇਹ ਅਪੀਲ ਕਰਦਾ, ਜਿਹੜੇ ਅਸੀਂ ਪ੍ਰਾਈਵੇਟ ਸਕੂਲਾਂ ਵਿੱਚ ਤੁਹਾਡੀ ਲਾਈਨ ਲੱਗੀ ਹੋਈ ਹੈ ਵੀ ਅਸੀਂ ਪ੍ਰਾਈਵੇਟ ਸਕੂਲਾਂ 'ਚ ਬੱਚੇ ਪੜ੍ਹਾਉਣੇ ਆ, ਉੱਥੇ ਕੀ ਸਿਰਫ ਸਹੂਲਤ ਕੀ ਹੁੰਦੀ ਹੈ, ਸਕੂਲ ਵਧੀਆ ਹੁੰਦੇ ਆ ਔਰ ਸਟਾਫ ਤਾਂ ਜਿਵੇਂ ਕਿ ਜਿਹੜਾ ਸਕੂਲ ਐਜੂਕੇਸ਼ਨ ਵੈਲ ਐਜੂਕੇਸ਼ਨ ਜਿਹੜੇ ਸਕੂਲ ਹੈ, ਜਿਹੜੇ ਜਿਵੇਂ ਕਿ ਸਰਕਾਰੀ ਸਕੂਲ ਆ, ਉਹਨਾਂ ਦੇ ਜਿਹੜੇ ਅਫਸਰ ਸਵਾਨ ਹੈ, ਜਿਵੇਂ ਕਿ ਟੀਚਰਸ ਹੈਗੇ ਆ, ਉਹ ਸਾਰੇ ਹਾਈ ਕਲਾਸ ਦੇ ਹੁੰਦੇ ਆ। ਤੇ ਅੱਜ ਸਰਸਾ ਨੰਗਲ ਵਿੱਚ ਅਸੀਂ ਮੈਂ ਅਪੀਲ ਕਰਾਂਗਾ ਇਸ ਇਲਾਕੇ ਨੂੰ ਕਿ ਤੁਸੀਂ, ਤੁਹਾਡੇ ਨੇੜੇ ਸਕੂਲ ਬਹੁਤ ਜਲਦੀ ਤਿਆਰ ਹੋਣ ਵਾਲਾ ਹੈ। ਤੁਸੀਂ ਜਿਹੜੇ ਪ੍ਰਾਈਵੇਟ ਸਕੂਲਾਂ ਵਿੱਚੋਂ ਬੱਚੇ ਤੁਹਾਡੇ ਜਾਂਦੇ ਆ, ਜਿਹਦਾ ਖਰਚਾ ਆਪਣਾ ਜ਼ਿਆਦਾ ਹੁੰਦਾ, ਤੇ ਪ੍ਰਿੰਸੀਪਲ ਸਰ ਨੂੰ ਆਪਾਂ ਇਸ ਚੀਜ਼ ਬਾਰੇ ਤੁਸੀਂ ਥੋੜ੍ਹੇ। ਮੈਂ ਇਸ ਤੋਂ ਪਹਿਲਾਂ ਜੀ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਲੌਂਗੋਵਾਲ ਸੀ, ਉੱਥੇ ਇੱਕ ਬਹੁਤ ਵੱਡੀ ਘਟਨਾ ਵਾਪਰੀ ਸੀ। ਉੱਥੇ ਬਹੁਤ ਵੱਡੀ ਘਟਨਾ ਵਾਪਰੀ ਸੀ, ਇੱਕ ਪ੍ਰਾਈਵੇਟ ਸਕੂਲ ਦੇ ਵਿੱਚ ਬੱਚਾ ਦੀ, ਤੁਹਾਨੂੰ ਪਤਾ ਹੋਣਾ ਲੌਂਗੋਵਾਲ ਵਿਖੇ ਅਨਸਕਾਮੀ ਘਟਨਾ ਦੇ ਵਿੱਚ ਮੌਤ ਹੋ ਗਈ ਸੀ ਕੋਈ ਬੱਚਾ ਦੀ। ਤਾਂ ਉਹ ਸਾਰੇ ਸਕੂਲ ਬੱਚੇ ਕਿੱਥੇ ਭੇਜਣੇ ਨਵੇਂ ਸਕੂਲਾਂ ਦੇ, ਔਰ ਮੈਂ ਉਹਦਾ ਪ੍ਰੋਜੈਕਟ ਮੈਨੇਜਰ ਸੀ ਇੱਕ ਤਰ੍ਹਾਂ ਦਾ, ਮੇਰੇ ਅੰਡਰ ਸੀ ਸਾਰਾ ਕੁਝ, ਉਹ ਕਿਹੜੇ ਸਕੂਲ 'ਚ ਬੱਚੇ ਭੇਜਣੇ ਆ। ਤੇ ਉਦੋਂ ਜਦੋਂ MLA ਆਏ ਹਲਕੇ ਦੇ, ਤੇ ਮੈਂ ਉੱਥੇ ਪੇਰੈਂਟਸ ਬੈਠੇ, ਪੇਰੈਂਟਸ ਨੂੰ ਪੁੱਛਿਆ ਵੀ ਤੁਸੀਂ ਕਿੰਨਾ ਖਰਚਾ ਦਿੰਦੇ ਇੱਕ ਬੱਚੇ ਦਾ। ਉਹ ਕਹਿੰਦੇ ਆਪਾਂ 40,000 ਰੁਪਇਆ ਇੱਕ ਬੱਚੇ ਦਾ ਖਰਚਾ ਦੇ ਰਹੇ ਹਾਂ ਸਾਲ ਦਾ। ਮੈਂ ਕਿਹਾ ਮੈਨੂੰ 40,000 ਦਿਓ, ਮੈਂ ਤੁਹਾਡਾ ਪੂਰਾ ਖਾਨਦਾਨ ਪੜ੍ਹਾ ਦਿੰਦਾ। ਇੰਨਾ ਕੁ ਫਰਕ ਹੈ ਇੱਕ ਸਰਕਾਰੀ ਸਕੂਲ ਦਾ ਅਤੇ ਪ੍ਰਾਈਵੇਟ ਸਕੂਲ ਦਾ। ਮੈਂ ਵਾਅਦਾ ਕੀਤਾ, ਮੈਂ ਮੈਨੂੰ 40,000 ਦਿਓ, ਤੁਹਾਡੀ ਪੂਰਾ ਪਰਿਵਾਰ ਕੇ ਖਾਨਦਾਨ ਪੜ੍ਹਾ ਦੂੰਗਾ 40,000 ਦੇ ਵਿੱਚ, ਔਰ ਕੁਆਲਿਟੀ ਐਜੂਕੇਸ਼ਨ ਦਊਂਗਾ ਮੈਂ। ਸਾਡੇ ਕੋਲ ਵਧੀਆ ਬਿਲਡਿੰਗ ਵੀ ਬਣ ਗਈ ਹੈ ਜੀ, ਬਹੁਤ ਉੱਚ ਕੋਟੀ ਦਾ ਸਟਾਫ ਵੀ ਹੈ ਜੀ, ਤੇ ਜ਼ਿਲ੍ਹਾ ਪੱਧਰ 'ਤੇ ਬਹੁਤ ਸਹਿਯੋਗ ਹੈ ਜੀ, ਬੜੇ ਮਾਣ-ਮੱਤੇ ਸਾਡੇ ਅਫਸਰ ਨੇ। ਇੰਨਾ ਕੁਝ ਹੋਣ ਦੇ ਬਾਵਜੂਦ ਵੀ ਅਗਰ ਆਪਾਂ ਹੁਣ ਵੀ ਪ੍ਰਾਈਵੇਟ ਸਕੂਲਾਂ ਜਾਂਦੇ ਹਾਂ ਤਾਂ ਮੇਰਾ ਖਿਆਲ ਹੈ ਅਸੀਂ ਇਹਨੂੰ ਛੋਟੀ ਸਮਝ ਦਾ ਇੱਕ ਨਮੂਨਾ ਪੇਸ਼ ਕਰਾਂਗੇ, ਜਾਂ ਸਾਡੇ ਕੋਲ ਪੈਸੇ ਬਹੁਤ ਜ਼ਿਆਦਾ ਫਾਲਤੂ ਨੇ ਜਿਹੜੇ ਆਪਾਂ ਪ੍ਰਾਈਵੇਟ ਸਕੂਲਾਂ ਜਾਂਦੇ ਹਾਂ। ਅਦਰਵਾਈਜ਼ ਸਾਡੇ ਕੋਲ ਕੋਈ ਕਮੀ ਨਹੀਂ ਹੈ। ਸਾਡੇ ਕੋਲ ਪੜ੍ਹੇ ਹੋਏ ਬੱਚੇ, ਮੈਂ ਗਰੰਟੀ ਨਾਲ ਕਹਿੰਦਾ ਕੰਪੀਟੀਸ਼ਨ ਪ੍ਰਾਈਵੇਟ ਬੱਚੇ ਨਾਲ ਕਰਾ ਲਓ, ਸਾਡੇ ਬੱਚੇ ਉਹਨਾਂ ਤੋਂ ਅੱਗੇ ਨਿਕਲ ਜਾਣਗੇ, ਇਹ ਤੁਹਾਡਾ ਵਾਅਦਾ ਕਰਦਾ ਮੈਂ। ਬਹੁਤ ਬਹੁਤ ਧੰਨਵਾਦ ਸਰ, ਥੈਂਕ ਯੂ। ਸਾਡੇ ਵਿੱਚ ਦੇਵ ਸਾਹਿਬ ਵੀ ਹੈਗੇ, ਰਾਜਕੁਮਾਰ ਜੀ ਖੋਸਲਾ ਜੀ, ਤੇ ਸਾਡੇ ਵਿੱਚ ਬਹੁਤ ਜਿਹੜੇ ਸਾਡੇ ਸਕੂਲਾਂ ਦੇ ਕਾਫੀ ਇਹਨਾਂ ਨੇ ਨੁਹਾਰ ਜਿਹੜੀ ਚੇਂਜ ਕੀਤੀ ਹੈ, ਔਰ ਕਿਸੇ ਵੀ ਸਕੂਲ ਦੀ ਕੋਈ ਪ੍ਰੋਬਲਮ ਹੋ ਗਈ ਹੈ, ਇਹ ਬਹੁਤ ਆਪਣੇ ਵੱਲੋਂ ਉਹਨਾਂ ਨੂੰ ਬਹੁਤ ਜਲਦੀ ਜਿਹੜਾ ਸੋਲਵ ਕਰਨ ਦਾ ਕਰਦੇ ਆ। ਤੇ ਸਰ ਆਪਾਂ ਇਹ ਜੇ ਗੱਲ ਕਰ ਲਈਏ, ਆਪਾਂ ਨੂੰ ਪ੍ਰਾਈਵੇਟ ਸਕੂਲਾਂ 'ਚ ਕਾਫੀ ਜਿਹੜੇ ਆਪਣੇ ਪੇਰੈਂਟਸ ਦੀ ਦਿਮਾਗ 'ਚ ਬੈਠਿਆ ਹੁੰਦਾ ਵੀ ਉਹ ਸਕੂਲਾਂ ਵਿੱਚ ਜਿਹੜੇ ਪ੍ਰਾਈਵੇਟ ਸਕੂਲਾਂ 'ਚ ਜਿਹੜੇ ਟੀਚਰ ਆ ਉਹ ਗੁੱਲ ਬੈਸਟ ਐਜੂਕੇਸ਼ਨ ਹੈ, ਤੇ ਜਿਹੜੇ ਆਪਾਂ ਇਸ ਚੀਜ਼ ਨੂੰ ਕਲੀਅਰ ਹੋ ਚੁੱਕੀ ਹੈ ਵੀ ਜਿਹੜਾ ਸਰਕਾਰੀ ਸਕੂਲ ਵਿੱਚ ਕੋਈ ਟੀਚਰ ਲੱਗਦਾ ਬਹੁਤ ਵੈਲ ਐਜੂਕੇਸ਼ਨ ਹੁੰਦਾ ਹੈ, ਤੇ ਤੁਸੀਂ ਇਹਦੇ ਬਾਰੇ ਕੀ ਕਹੋਗੇ? ਜੇਕਰ ਆਪਾਂ ਸਰਕਾਰੀ ਸਕੂਲਾਂ ਦੇ ਟੀਚਰਾਂ ਦੀ ਗੱਲ ਕਰੀਏ, ਕਿਉਂਕਿ ਜਿਹੜੇ ਸਾਡੇ ਸਰਕਾਰੀ ਸਕੂਲਾਂ ਦੇ ਟੀਚਰ ਨੇ ਬਹੁਤ ਹਾਈਲੀ ਕੁਆਲੀਫਾਈਡ ਨੇ, ਔਰ ਇਹ ਕੰਪੀਟੀਸ਼ਨ ਦੇ ਵਿੱਚੋਂ ਨਿਕਲ ਕੇ ਆਉਂਦੇ ਆ। ਤੇ ਜਿਹੜੇ ਇਹ ਟੀਚਰ ਸਾਡੇ ਨੇ ਪਹਿਲਾਂ ਟੈਟ ਪਾਸ ਹੁੰਦਾ, ਫਿਰ ਆਪਣਾ ਵਿਸ਼ੇ ਦਾ ਸਬਜੈਕਟ ਪਾਸ ਕਰਦੇ ਆ, ਉਸ ਤੋਂ ਬਾਅਦ ਮੈਰਿਟ ਦੇ ਵਿੱਚ ਆ ਕੇ ਇਹ ਜਿਹੜੇ ਹੈ ਬੱਚਿਆਂ ਨੂੰ ਟੀਚ ਕਰਦੇ ਆ। ਤੇ ਇਹ ਜਿਹੜੇ ਸਾਡੇ ਜਿਹੜੇ ਬੱਚੇ ਇਹਨਾਂ ਕੋਲ ਪੜ੍ਹਨਗੇ, ਜਿਹੜੀ ਕਰੀਮ ਹੈ ਸਾਡੀ ਮਤਲਬ ਸਿੱਖਿਆ ਮਹਿਕਮੇ ਦੀ, ਉਹ ਇਹਨਾਂ ਬੱਚਿਆਂ ਨੂੰ ਐਜੂਕੇਟ ਕਰ ਰਹੀ, ਤਾਂ ਇਹ ਬੱਚੇ ਮੈਂ ਇਹ ਸਮਝਦਾ ਕਿ ਬੱਚੇ ਇਹ ਜ਼ਰੂਰ ਬੁਲੰਦੀਆਂ ਵੱਲ ਜਾਣਗੇ। ਸਰ ਇੱਕ ਕਈ ਸਕੂਲਾਂ ਦੀ ਇੱਦਾਂ ਦੀ ਪੇਰੈਂਟਸਾਂ ਵੱਲੋਂ ਕੰਪਲੇਂਟਾਂ ਆਉਂਦੀਆਂ ਵੀ ਉਹ ਸਕੂਲਾਂ ਦੇ ਰੇਟ ਘੱਟ ਹੈ ਜੀ, ਉਹ ਜ਼ਿਆਦਾ ਲੈ ਰਹੇ ਆ, ਟਿਊਸ਼ਨ ਫੀਸ ਵੀ ਲੈ ਰਹੇ ਆ ਜੀ, ਇਹਦੇ ਬਾਰੇ ਆਪਣਾ ਕੀ? ਜਿਹੜੀ ਪ੍ਰਾਈਵੇਟ ਸਕੂਲਾਂ ਦੀ ਆਪਾਂ ਗੱਲ ਕਰੀਏ ਕਿ ਮੈਂ ਇਹ ਇੱਕ ਫੰਡਾ ਲੈ ਕੇ ਆਇਆ ਸੀ, ਇੱਕ ਮੈਂ ਲੈ ਕੇ ਕਨਸੈਪਟ ਲੈ ਕੇ ਆਇਆ ਸੀ ਕਿ ਜਿਹੜੇ ਸਰਕਾਰੀ ਆਪਣਾ ਪ੍ਰਾਈਵੇਟ ਸਕੂਲਾਂ 'ਚ ਬੱਚੇ ਜ਼ਿਆਦਾ ਫੀਸਾਂ ਜਾ ਕੇ ਪੜ੍ਹਦੇ ਆ, ਮੋਟੀ ਰਕਮਾਂ ਪੇ ਕਰਦੇ ਆ, ਟਰਾਂਸਪੋਰਟੇਸ਼ਨ ਚਾਰਜ ਦਿੰਦੇ ਆ, ਹੋਰ ਬਹੁਤ ਸਾਰੇ ਚਾਰਜਿਸ ਦਿੰਦੇ ਆ। ਇਹ ਜਿਹੜੇ ਬੱਚੇ ਆ ਮਤਲਬ ਜੇ ਇਹ ਸਾਡੇ ਬੱਚੇ ਸਰਕਾਰੀ ਸਕੂਲ ਦੇ ਵਿੱਚ ਆਉਣਗੇ, ਜਿਹੜਾ ਮੈਂ ਤੁਹਾਨੂੰ ਹੁਣੇ ਦੱਸ ਕੇ ਹਟਿਆ ਕਿ ਜਿਹੜੀ ਇੰਟੈਲੀਜੈਂਟ ਦੀ ਟੀਮ, ਜਿਹੜੀ ਅਧਿਆਪਕਾਂ ਦੀ ਟੀਮ ਇਹਨਾਂ ਬੱਚਿਆਂ ਨੂੰ ਐਜੂਕੇਟ ਕਰਦੀ ਹੈ, ਤੇ ਜੇ ਉਹ ਬੱਚੇ ਸਾਡੇ ਕੋਲ ਆਉਣ ਤੇ ਉਹ ਬੱਚਿਆਂ ਦੇ ਜਿਹੜੇ ਲੋਕਾਂ ਦੇ ਪੇਰੈਂਟਸ ਦੀ ਲੁੱਟ ਖਸੁੱਟ ਹੁੰਦੀ ਆ, ਉਹ ਪੈਸੇ ਜਿਹੜੇ ਬਚ ਸਕਦੇ ਆ। ਉਹਦੇ 'ਚ ਮੈਂ ਇੱਕ ਫੰਡਾ ਲੈ ਕੇ ਆਇਆ ਸੀਗਾ, ਮੈਂ ਇੱਥੇ ਤੋਂ ਪਹਿਲਾਂ ਧਮਾਣੇ ਸੀਗਾ ਪ੍ਰਿੰਸੀਪਲ, ਮੈਂ ਉੱਥੇ ਇੱਕ ਲੈ ਕੇ ਆਇਆ ਸੀ ਕਨਸੈਪਟ ਲੈਂਦਾ ਸੀਗਾ ਵੀ ਸਮਾਰਟ ਸੋਚ ਦਾ। ਸਮਾਰਟ ਸੋਚ ਕੀ ਹੈ? ਸਮਾਰਟ ਸੋਚ ਦਾ ਮਤਲਬ ਹੈ ਵੀ ਤੁਸੀਂ ਬੱਚਿਆਂ ਨੂੰ ਸਰਕਾਰੀ ਬਹੁਤ ਨੋਮੀਨਲ ਚਾਰਜਿਸ, ਬਿਲਕੁਲ ਘੱਟ ਫੀਸਾਂ ਦੇ ਜਾਂ ਨਾ ਮਾਤਰ ਫੀਸਾਂ ਦੇ ਤੁਸੀਂ ਸਾਡੇ ਸਰਕਾਰੀ ਸਕੂਲਾਂ ਦੇ ਵਿੱਚ ਇੰਟੈਲੀਜੈਂਟ ਟੀਚਰਾਂ ਕੋਲ ਪੜ੍ਹਾਓ, ਤੇ ਬੱਚਿਆਂ ਦੇ ਜਿਹੜੇ ਉਹ ਦਿੰਦੇ ਇੰਨੇ ਪੈਸੇ ਬਚਦੇ ਆ, ਮੋਟੀ ਰਕਮ, ਉਹ ਬੱਚਿਆਂ ਦੇ ਇੱਕ ਖਾਤਾ ਖੁਲਾ ਦਿਓ, ਤੇ ਬੱਚੇ ਜਦੋਂ ਤੁਹਾਡਾ ਬੱਚਾ 10ਵੀਂ ਕਰਕੇ ਨਿਕਲੇਗਾ ਜਾਂ 12ਵੀਂ ਕਰਕੇ ਨਿਕਲੇਗਾ ਤਾਂ ਤੁਹਾਨੂੰ ਪੇਰੈਂਟਸ ਨੂੰ ਚਿੰਤਾ ਕਰਨ ਦੀ ਜ਼ਰੂਰਤ ਨਹੀਂ ਹੈ ਕਿ ਅਸੀਂ ਬੱਚੇ ਨੂੰ ਇੰਜੀਨੀਅਰਿੰਗ ਭੇਜਣਾ, ਅਸੀਂ ਬੱਚੇ ਨੂੰ ਮੈਡੀਕਲ ਭੇਜਣਾ, ਜਾਂ ਅਸੀਂ ਅਬਰੋਡ ਭੇਜਣਾ, ਤੇ ਕਿਉਂਕਿ ਉਹ ਤੁਸੀਂ ਪੈਸੇ ਬਚਾਏ ਹੋਏ ਸਮਾਰਟ ਸੋਚ ਦਾ ਜਿਹੜੀ ਹੈ। ਸੋ ਮੈਂ ਮਤਲਬ ਇਹ ਸਮਝਦਾ ਕਿ ਇੱਕ ਲੋਕਾਂ ਦੀ ਇੱਕ ਭਾਵਨਾ ਹੀ ਬੜੀ ਹੋਈ ਹੈ ਕਿ ਇਸ ਪ੍ਰਾਈਵੇਟ ਸਕੂਲ 'ਚ ਪੜ੍ਹਾਉਣਾ, ਪ੍ਰਾਈਵੇਟ ਸਕੂਲ ਇੱਕ ਦੇਖੀ ਵੀ ਲੋਕਾਂ ਦੀ ਜਿਹੜੀ ਹੈ ਭਾਵਨਾ ਬਣੀ ਹੈ। ਤੇ ਇੱਥੇ ਸਾਡੇ ਸਕੂਲਾਂ 'ਚ ਬਹੁਤ ਵਧੀਆ ਇਨਫਰਾਸਟਰਕਚਰ ਹੈ, ਕੁਆਲੀਫਾਈਡ ਸਟਾਫ ਹੈ, ਔਰ ਇੰਗਲਿਸ਼ ਬੂਸਟਰ ਕਲੱਬ ਸਾਡੇ ਹੈ, ਬੱਚੇ ਫਸਟ ਕਲਾਸ ਇੰਗਲਿਸ਼ ਬੋਲਦੇ ਆ, ਟੀਚਰ ਇੰਗਲਿਸ਼ 'ਚ ਪੜ੍ਹਾਉਂਦੇ ਆ, ਇੰਗਲਿਸ਼ ਮੀਡੀਅਮ ਹੈ ਸਾਡੇ ਕੋਲ, ਔਰ ਇਨਫਰਾਸਟਰਕਚਰ ਸਾਡੇ ਕੋਲ ਐਸੇ ਟੌਪ ਦਾ ਇਨਫਰਾਸਟਰਕਚਰ ਹੈ।
ਤੁਸੀਂ ਸਾਡੇ ਕਿਸੇ ਵੀ ਸਰਕਾਰੀ ਸਕੂਲ ਦੇ ਵਿੱਚ ਟੌਪ ਦਾ ਇਨਫਰਾਸਟ੍ਰਕਚਰ, ਟੌਪ ਦੇ ਟੀਚਰ ਹੈ। ਸੋ ਮੈਂ ਮਤਲਬ ਪੇਰੈਂਟਸ ਨੂੰ ਇਹ ਬੇਨਤੀ ਤੁਹਾਡੇ ਮਾਧਿਅਮ ਜਰੀਏ ਮੈਂ ਬੇਨਤੀ ਕਰਨਾ ਚਾਹਾਂਗੇ ਕਿ ਮਤਲਬ ਜਿਹੜੇ ਹੈ ਬੱਚਿਆਂ ਨੂੰ ਤੁਸੀਂ ਸਰਕਾਰੀ ਸਕੂਲਾਂ ਵੱਲ ਲੈ ਕੇ ਔਰ ਆਪਣੇ ਬੱਚਿਆਂ ਦਾ ਜਿਹੜਾ ਭਵਿੱਖ ਹੈ ਉਜਵਲ ਕਰੋ। ਦੂਜੀ ਗੱਲ, ਔਰ ਜਿਹੜੇ ਸਾਡੇ ਸਰਕਾਰੀ ਸਕੂਲ ਦੇ ਵਿੱਚ ਬੱਚੇ ਪੜ੍ਹਦੇ ਵੀ ਹੈ ਉਹ ਇੰਨੇ ਮਤਲਬ ਉਹਨਾਂ ਦੇ ਵਿੱਚ ਮਤਲਬ ਸੰਸਕਾਰ ਇੱਦਾਂ ਦੇ ਸੰਸਕਾਰ ਪੈਦਾ ਹੋ ਜਾਂਦੇ ਆ ਕਿ ਮਤਲਬ ਤੁਸੀਂ ਬੱਚਿਆਂ ਨੂੰ ਜਿਹੜੇ ਹੈ ਦੂਜੇ ਸਕੂਲ ਦਾ ਨਾ ਕੰਪੀਟ ਕਰ ਲਓ ਪ੍ਰਾਈਵੇਟ ਦਾ, ਉਹਨਾਂ ਦੇ ਸੰਸਕਾਰਾਂ ਦੇ ਨਾਲ ਸਾਡੇ ਸੰਸਕਾਰਾਂ ਜ਼ਮੀਨ ਅਸਮਾਨ ਦਾ ਫਰਕ ਹੋਏਗਾ। ਔਰ ਬੱਚੇ ਸਾਡੇ ਜਿਹੜੇ ਬੱਚੇ ਸਰਕਾਰੀ ਸਕੂਲ 'ਚ ਜਿਹੜੇ ਬੱਚੇ ਪੜ੍ਹਦੇ ਆ ਇਹ ਮਿਹਨਤ ਹਰ ਜਿਹੜੀ ਹੈ ਗਰਮੀ ਵੀ ਚੱਲ ਲੈਂਦੇ, ਸਰਦੀ ਵੀ ਚੱਲ ਲੈਂਦੇ ਔਰ ਬੱਚੇ ਸਟਰੋਂਗ ਬਣ ਜਾਂਦੇ ਆ। ਮੈਂ ਇਹ ਮਤਲਬ ਤੁਹਾਡੇ ਮਾਧਿਅਮ ਨਾਲ ਇਹ ਬੇਨਤੀ ਕਰਾਂਗਾ ਕਿ ਅਸੀਂ ਵੀ ਜਿਹੜੇ ਹੈ ਮੈਂ ਵੀ ਸਰਕਾਰੀ ਸਕੂਲ ਦੀ ਪ੍ਰੋਡਕਟ ਹੈ, ਮੈਂ ਵੀ ਸਰਕਾਰੀ ਸਕੂਲਾਂ 'ਚ ਮਾਨਯੋਗ ਡਿਪਟੀ ਕਮਿਸ਼ਨਰ ਸਾਡੇ ਹੁਣ ਇੱਥੇ ਬੋਲ ਕੇ ਗਏ, ਉਹਨਾਂ ਦੇ ਹਸਬੈਂਡ ਜਿਹੜਾ IPS ਨੇ ਉਹ ਵੀ ਜਿਹੜੇ ਹੈ ਸਰਕਾਰੀ ਸਕੂਲਾਂ ਦੇ ਪ੍ਰੋਡਕਟ ਨੇ ਤੇ ਇਹ ਆਪ ਵੀ ਸਰਕਾਰੀ ਸਕੂਲਾਂ ਦੇ ਪ੍ਰੋਡਕਟ ਹੈ। ਸੋ ਮਤਲਬ ਇਹ ਅਸੀਂ ਇਸ ਗੱਲ ਦਾ ਕੋਈ ਉਹ ਨਹੀਂ ਹੈ, ਸਰਕਾਰੀ ਸਕੂਲਾਂ ਦਾ ਕੋਈ ਤੋੜ ਨਹੀਂ ਹੈ। ਜੇ ਹੁਣ ਕਰੋਨਾ ਮਹਾਮਾਰੀ ਦੇ ਦੌਰਾਨ ਵੀ ਜੇ ਆਪਾਂ ਗੱਲ ਕਰੀਏ ਸਰਕਾਰੀ ਸਕੂਲਾਂ ਨੇ ਬੱਚਿਆਂ ਦੇ ਮਤਲਬ ਬਾਂਹ ਫੜੀ ਹੈ, ਉਸ ਸਮੇਂ ਤਰ੍ਹਾਂ ਬਾਂਹ ਫੜੀ ਹੈ, ਘਰ ਘਰ ਜਾ ਕੇ ਬੱਚੇ ਨੂੰ ਕਿਤਾਬਾਂ ਦਿੱਤੀਆਂ, ਘਰ ਘਰ ਬੱਚਿਆਂ ਨੂੰ ਜਾ ਕੇ ਪੜ੍ਹਾਇਆ। ਇਹ ਸਿਰਫ ਤੇ ਸਿਰਫ ਜਿਹੜਾ ਹੈ ਇਹ ਸਰਕਾਰੀ ਸਕੂਲਾਂ ਦੇ ਵਿੱਚ ਹੀ ਹੋਇਆ। ਸੋ ਮੈਂ ਤੁਹਾਡੇ ਮਾਧਿਅਮ ਨਾਲ ਸਾਰੇ ਪੇਰੈਂਟਸ ਨੂੰ ਇਹ ਬੇਨਤੀ ਕਰਨਾ ਚਾਹਾਂਗਾ ਕਿ ਵੱਧ ਤੋਂ ਵੱਧ ਬੱਚੇ ਸਰਕਾਰੀ ਸਕੂਲਾਂ ਦਾ ਫਾਇਦਾ ਲਓ, ਬੱਚੇ ਵੱਧ ਤੋਂ ਵੱਧ ਸਰਕਾਰੀ ਸਕੂਲਾਂ ਦੇ ਵਿੱਚ ਦਾਖਲ ਕਰਾਓ ਤਾਂ ਕਿ ਤੁਹਾਡੇ ਬੱਚਿਆਂ ਦਾ ਭਵਿੱਖ ਜਿਹੜਾ ਉਜਵਲ ਹੋ ਸਕੇ। ਤੇ ਸਰ ਇੱਕ ਗੱਲ ਅਜੇ ਕਲੀਅਰ ਤਕਰੀਬਨ ਹੁਣ ਮੇਰੇ ਹਿਸਾਬ ਨਾਲ ਇਹ ਗੱਲ ਕਲੀਅਰ ਜਿਹੜੇ ਪੇਰੈਂਟਸ ਨੂੰ ਨਹੀਂ ਪਤਾ ਵੀ ਜਿਹੜੀ ਸਰਕਾਰੀ ਸਕੂਲ 'ਚ ਜਿਹੜੀ ਸਹੂਲਤ ਆ ਉਹ ਫ੍ਰੀ ਕਿਹੜੀ ਦਿੱਤੀ ਜਾਂਦੀ ਹੈ। ਦੇਖੋ ਬੱਚਿਆਂ ਨੂੰ ਮਤਲਬ ਕਿਤਾਬਾਂ ਮੁਫਤ ਦਿੱਤੀਆਂ, 6 ਪਹਿਲੀ ਤੋਂ ਲੈ ਕੇ 8ਵੀਂ ਤੱਕ ਮਿਡ ਡੇ ਮੀਲ ਜਿਹੜਾ ਹੈ ਪੌਸ਼ਟਿਕ ਭੋਜਨ ਜਿਹੜਾ ਹੈ ਮਿਲਦਾ, ਡੇਲੀ ਮੈਨਿਊ ਚੇਂਜ ਹੁੰਦਾ, ਡੇਲੀ ਦਾ ਖਾਣਾ ਜਿਹੜਾ ਚੇਂਜ ਹੋ ਕੇ ਮਿਲਦਾ ਤੇ ਯੂਨੀਫਾਰਮ ਫ੍ਰੀ ਹੈ, ਕਿਤਾਬਾਂ ਫ੍ਰੀ ਹੈ, ਵਜੀਫਾ ਮਿਲਦਾ ਤੇ ਸਮਾਰਟਫੋਨਸ ਹੁਣ ਜਿਹੜੇ ਹੈ +2 ਵਾਲੇ ਤੋਂ ਬੱਚਿਆਂ ਦਿੱਤੇ ਲੋਕਾਂ ਨੂੰ ਸਮੇਂ ਦੇ ਪਾਣੀ ਬਣਾਉਣ ਲਈ ਇਹ ਸਾਰੀਆਂ ਬਹੁਤ ਸਾਰੀਆਂ ਸਹੂਲਤਾਂ ਜਿਹੜੀ ਹੈ ਸਕੂਲਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਤੇ ਸਮੇਂ ਤੇ ਜਿਹੜੇ ਹੈ ਜਿਹੜੇ ਕੰਪੀਟੀਸ਼ਨ ਹੈ ਜਿਹੜੇ NTSC ਹੈ, PSCSC ਹੈ ਤੇ ਇਹ ਜਿਹੜੇ NNMS ਦੇ ਕੰਪੀਟੀਸ਼ਨ ਹੈ ਇਹਨਾਂ ਦੇ ਵਜੀਫੇ ਕੰਪੀਟੀਸ਼ਨ ਹੋ ਕੇ ਬੱਚਿਆਂ ਨੂੰ ਜਿਹੜੇ ਹੈ ਉਹਦੇ ਵਿੱਚ ਮਤਲਬ ਹਰ ਮਹੀਨੇ ਜਿਹੜਾ ਬੱਚੇ ਨੂੰ ਵਜੀਫਾ ਹੀ ਮਿਲਦਾ ਹੈ। ਜੀ ਸਰ, ਤੇ ਅਸੀਂ ਇਸ ਸਕੂਲ ਵਿੱਚ ਪਹੁੰਚੇ ਸੀ ਜਿੱਥੇ ਇਸ ਬਹੁਤ ਵੱਡਾ ਇੱਕ ਪ੍ਰੋਗਰਾਮ ਕੀਤਾ ਗਿਆ ਤੇ ਇਸ ਸੰਸਥਾ ਵੱਲੋਂ ਕੀਤਾ ਗਿਆ ਤੇ ਆਪਾਂ ਗੱਲ ਕਰਾਂਗੇ ਸਰ ਜਿਹੜੀ ਆਪਣੀ ਸੰਸਥਾ ਹੈ ਇਹਦਾ ਕੀ ਟੀਚਾ ਜਿਹੜਾ ਬਣਾਇਆ ਗਿਆ। ਸਰ ਸਾਡੀ ਕੰਪਨੀ ਸੈਂਟਰੀਐਂਟ ਫਾਰਮਾਸਿਊਟੀਕਲ ਜੋ ਕਿ ਨਵਾਂਸ਼ਹਿਰ ਡਿਸਟ੍ਰਿਕਟ ਟੌਂਸਾ ਪਿੰਡ ਵਿੱਚ ਹੈ। ਸਾਡੀ ਕੰਪਨੀ ਦੀ ਫਿਲਾਸਫੀ ਇਹ ਹੈ ਕਿ ਅਸੀਂ ਸਮਾਜ ਨੂੰ ਉੱਚਾ ਚੁੱਕਣਾ। ਉਹਦੇ ਲਈ ਸਾਡੇ ਕੋਲ ਇੱਕ ਕਾਰਪੋਰੇਟ ਸੋਸ਼ਲ ਰਿਸਪੌਂਸਿਬਿਲਿਟੀ ਦੇ ਅੰਡਰ ਸਾਡੇ ਕੋਲ ਜੋ ਵੀ ਸਾਡੇ ਕੋਲ ਸਹੂਲਤ ਹੁੰਦੀ ਹੈ ਅਸੀਂ ਸਮਾਜ ਦੀ ਭਲਾਈ ਲਈ ਉਹਨਾਂ ਪੈਸਿਆਂ ਨੂੰ ਫੰਡਸ ਨੂੰ ਯੂਜ਼ ਕਰਦੇ ਹਾਂ। ਤੇ ਪਿਛਲੇ 5 ਸਾਲ ਤੋਂ ਲਗਾਤਾਰ ਅਸੀਂ ਨਵਾਂਸ਼ਹਿਰ ਜ਼ਿਲ੍ਹੇ ਵਿੱਚ ਬਹੁਤ ਜ਼ਿਆਦਾ ਐਕਟਿਵ ਹਾਂ। ਤਕਰੀਬਨ 5 ਕਰੋੜ ਰੁਪਈਆ ਅਸੀਂ 5 ਸਾਲ ਦੇ ਵਿੱਚ ਇਨਵੈਸਟ ਕਰ ਚੁੱਕੇ ਹਾਂ, ਜਿਹਦੇ ਵਿੱਚ ਹਾਲੇ ਤੱਕ ਅਸੀਂ 8 ਸਕੂਲ ਰੈਨੋਵੇਟ ਕਰ ਚੁੱਕੇ ਹਾਂ। ਨਵਾਂ ਸਕੂਲ ਜੋ ਨੰਗਲ ਸਰਸਾ ਜਿੱਥੇ ਅੱਜ ਅਸੀਂ ਖੜ੍ਹੇ ਹਾਂ ਉਹ ਅਸੀਂ ਲਿਆ ਹੈ। ਇਸ ਤੋਂ ਪਹਿਲੇ 8 ਸਕੂਲ ਅਸੀਂ ਕਰ ਚੁੱਕੇ ਹਾਂ ਤੇ ਇਸ ਦੇ ਨਾਲ ਹੀ ਅਸੀਂ 2 ਪਿੰਡਾਂ ਨੂੰ ਪਾਣੀ ਦੀ ਸਪਲਾਈ ਸਾਡੀ ਕੰਪਨੀ ਵੱਲੋਂ ਦਿੱਤੀ ਜਾਂਦੀ, ਜਿਹਦਾ ਬਿੱਲ ਹੈ ਸਾਡੀ ਕੰਪਨੀ ਪੇ ਕਰਦੀ ਹੈ। ਸਕੂਲਾਂ ਵਿੱਚ ਅਸੀਂ ਜੋ ਵੀ ਰਿਕੁਆਇਰਡ ਚੀਜ਼ਾਂ ਜਿਹਦੇ ਵਿੱਚ ਹਾਲੇ ਤੱਕ ਅਸੀਂ 2000 ਦੇ ਕਰੀਬ ਬੈਂਚ, 100 ਦੇ ਕਰੀਬ ਵਾਟਰ ਕੂਲਰ, ਵਾਟਰ ਫਿਲਟਰ ਔਰ ਸਕੂਲ ਬੈਗ, ਕਾਪੀਆਂ, ਕਲਰ TV, ਪ੍ਰੋਜੈਕਟਰਸ ਔਰ ਜੋ ਵੀ ਸਾਨੂੰ ਡਿਮਾਂਡ ਆਉਂਦੀ ਹੈ ਯੂਨੀਫਾਰਮ ਬੱਚਿਆਂ ਲਈ ਤੇ ਉਹ ਅਸੀਂ ਪ੍ਰੋਵਾਈਡ ਕੀਤੀ ਹੈ ਹਾਲੇ ਤੱਕ। ਇਸ ਸਾਲ ਇਸ ਸਕੂਲ ਨੂੰ ਅਸੀਂ ਨੰਗਲ ਸਰਸਾ ਗਵਰਨਮੈਂਟ ਸੀਨੀਅਰ ਸੈਕੰਡਰੀ ਸਕੂਲ ਨੰਗਲ ਸਰਸਾ ਨੂੰ ਅਸੀਂ ਸਿਲੈਕਟ ਕੀਤਾ ਸੀ ਤੇ ਇੱਥੇ ਅਸੀਂ ਪੂਰੇ ਸਕੂਲ ਦੀ ਵਾਟਰ ਪ੍ਰੂਫਿੰਗ ਕਰਵਾ ਰਹੇ ਹਾਂ। ਜਿਹੜੀਆਂ ਛੱਤਾਂ ਲੀਕ ਕਰਦੀਆਂ ਸੀ ਉਹਨਾਂ ਨੂੰ ਠੀਕ ਕਰਵਾ ਰਹੇ ਹਾਂ, ਪੂਰੀ ਟਾਈਲ ਵਰਕ ਹੋ ਰਿਹਾ। 6 ਦੇ ਕਰੀਬ ਕਮਰੇ ਨੇ ਜਿਨ੍ਹਾਂ ਵਿੱਚ ਰਿਪੇਅਰ ਦੀ ਲੋੜ ਹੈ ਜਾਂ ਉਹਨਾਂ ਦੇ ਪਲਸਟਰ ਟੁੱਟੇ ਨੇ, ਫਰਸ਼ ਟੁੱਟੇ ਨੇ, ਉਹ ਪ੍ਰੋਪਰ ਤਰੀਕੇ ਨਾਲ ਅਸੀਂ ਉਹਨਾਂ ਨੂੰ ਰੈਨੋਵੇਟ ਕਰਾਂਗੇ। ਤੁਸੀਂ ਦੇਖਿਆ ਹੋਣਾ ਕਿ 8 ਕਿਲੋਵਾਟ ਦਾ ਅਸੀਂ ਸੋਲਰ ਪਾਵਰ ਪਲਾਂਟ ਵੀ ਲਗਾ ਰਹੇ ਹਾਂ ਤਾਂ ਕਿ ਸਕੂਲ ਆਤਮ ਨਿਰਭਰ ਹੋਏ। ਰੀਨਿਊਏਬਲ એનર્ਜੀ ਦਾ ਅਸੀਂ ਫਾਇਦਾ ਲੈ ਕੇ ਜਿਹੜਾ ਖਰਚਾ ਹੈ ਉਹ ਸਕੂਲ ਦਾ ਘਟੇ। ਤੇ ਇਸ ਤੋਂ ਇਲਾਵਾ ਇੱਕ ਵਧੀਆ ਬੱਚਿਆਂ ਲਈ, ਕਿਉਂਕਿ ਅਸੀਂ ਦੇਖਿਆ ਕਿ ਬੱਚੇ ਹਲੇ ਵੀ ਫਰਸ਼ 'ਤੇ ਬੈਠ ਕੇ ਉਹਨਾਂ ਨੂੰ ਖਾਣਾ ਪਰੋਸਿਆ ਜਾਂਦਾ, ਅਸੀਂ ਇੱਕ ਵਧੀਆ ਡਾਈਨਿੰਗ ਰੂਮ ਇਹਨਾਂ ਨੂੰ ਕਮਿਟ ਕੀਤਾ ਕਿ ਇੱਕ ਡਾਈਨਿੰਗ ਰੂਮ ਵਧੀਆ ਬਣਾਵਾਂਗੇ। ਔਰ ਖੁਸ਼ੀ ਦੀ ਗੱਲ ਇਹ ਹੈ ਕਿ ਮੈਨੇਜਮੈਂਟ ਨੇ ਕਿਹਾ ਕਿ ਸਕੂਲ ਨੂੰ ਲੰਬੇ ਟਾਈਮ ਲਈ ਅਡੋਪਟ ਕਰੋ ਤਾਂ ਕਿ ਸਕੂਲ ਦੀਆਂ ਜੋ ਵੀ ਜ਼ਰੂਰਤਾਂ ਨੇ ਉਹਨੂੰ ਪੂਰਾ ਹੀ ਕਰ ਸਕੀਏ। ਇਹ ਨਹੀਂ ਹੈ ਵੀ 1 ਸਾਲ ਅਸੀਂ ਕੰਮ ਕੀਤਾ ਅਧੂਰਾ ਛੱਡ ਕੇ ਚਲੇ ਗਏ। ਅਸੀਂ ਲੰਬੇ ਸਮੇਂ ਤੱਕ ਆਪਾਂ ਸਕੂਲ ਨੂੰ ਅਡੋਪਟ ਕਰਾਂਗੇ ਤਾਂ ਕਿ ਇਹ ਸਕੂਲ ਜਦੋਂ ਆਪਣੇ ਲੈਵਲ 'ਤੇ ਪਹੁੰਚ ਜਾਏਗਾ ਫਿਰ ਅਸੀਂ ਨਵੇਂ ਸਕੂਲ ਵੱਲ ਵਧਾਂਗੇ। ਤੇ ਸਰ ਜੇ ਆਪਾਂ ਗੱਲ ਕਰੀਏ ਜਿਹੜਾ ਤੁਸੀਂ ਸਕੂਲ ਅਡੋਪਟ ਕਰਦੇ ਆ ਉਹ ਤੁਸੀਂ ਉਹਦਾ ਕੀ ਰਿਕੁਆਇਰਮੈਂਟ ਹੁੰਦੀ ਹੈ ਤੁਹਾਡੀ? ਸਰ ਅਸੀਂ ਸਕੂਲ ਦੀ ਰਿਕੁਆਇਰਮੈਂਟ ਅਸੀਂ ਸਕੂਲ ਤੋਂ ਲੈਂਦੇ ਹਾਂ, ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਤੋਂ ਲੈਂਦੇ ਹਾਂ। ਡਿਸਟ੍ਰਿਕਟ ਐਜੂਕੇਸ਼ਨ ਡਿਪਾਰਟਮੈਂਟ ਸਾਨੂੰ ਦੱਸਦਾ ਵੀ ਸਾਨੂੰ ਕੀ ਚਾਹੀਦਾ
ਉਹਨੂੰ ਅਸੀਂ ਪ੍ਰੋਪਰਲੀ ਇਵੈਲੂਏਟ ਕਰਦੇ ਹਾਂ ਵੀ ਇੱਥੇ ਹਾਂ ਇਹ ਚੀਜ਼ ਦੀ ਲੋੜ ਹੈ, ਕੋਈ ਓਵਰਡੂਇੰਗ ਤਾਂ ਨਹੀਂ ਕਰ ਰਹੇ, ਕੋਈ ਘੱਟ ਤਾਂ ਨਹੀਂ ਕਰ ਰਹੇ। ਉਸ ਹਿਸਾਬ ਨਾਲ ਅਸੀਂ ਫਿਰ ਜੋ ਸਾਡਾ ਸਕੋਪ ਬਣਦਾ ਹੈ ਉਸ ਸਕੋਪ ਦੇ ਹਿਸਾਬ ਨਾਲ ਅਸੀਂ ਕੰਮ ਕਰਦੇ ਹਾਂ। ਥੈਂਕ ਯੂ। ਥੈਂਕ ਯੂ। ਕੈਮਰਾਮੈਨ ਗੁਰਜੀਤ ਸਿੰਘ ਦੇ ਨਾਲ ਜੀ ਸਟਾਰਟਿੰਗ ਦੇ ਨਾਲ ਕਿਰਪਾਲ ਸਿੰਘ।